ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 15 ਫਰਵਰੀ ਹੈ, ਦਿਨ ਬੁੱਧਵਾਰ ਹੈ। ਨਾਨਕਸ਼ਾਹੀ ਸੰਮਤ 554 ਦੇ ਮੁਤਾਬਿਕ ਅੱਜ 3 ਫੱਗਣ ਹੋ ਗਿਆ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸ ਦਿੰਦੇ ਹਾਂ। ਅੱਜ ਦੇ ਦਿਨ ਪੂਰਾ 1 ਸਾਲ ਪਹਿਲਾਂ 15 ਫਰਵਰੀ 2022 ਨੂੰ ਅਦਾਕਾਰ ਅਤੇ ਵਕੀਲ ਦੀਪ ਸਿੱਧੂ ਦੀ ਇੱਕ ਵੱਡੇ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ। ਦੀਪ ਸਿੱਧੂ ਦੀ ਪਹਿਲੀ ਬਰਸੀ ਅੱਜ ਉਹਨਾਂ ਦੇ ਪਰਿਵਾਰ ਦੇ ਵੱਲੋਂ ਮਨਾਈ ਜਾ ਰਹੀ ਹੈ ਅਤੇ 19 ਫਰਵਰੀ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅੰਮ੍ਰਿਤਪਾਲ ਸਿੰਘ ਨੇ ਬਰਸੀ ਮਨਾਉਣ ਦਾ ਐਲਾਨ ਕੀਤਾ। ਦੀਪ ਸਿੱਧੂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੋਢੀ ਸਨ ਅਤੇ ਜਥੇਬੰਦੀ ਦੇ ਵੱਲੋਂ ਪਰਿਵਾਰ ਦੇ ਨਾਲੋਂ ਵੱਖਰੇ ਤੌਰ ਤੇ 19 ਫਰਵਰੀ ਨੂੰ ਸ਼ਹੀਦੀ ਸਮਾਗਮ ਪਿੰਡ ਬੁੱਧ ਸਿੰਘ ਵਾਲਾ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਰਦਾਸ, ਗੁਰਬਾਣੀ ਕੀਰਤਨ ਤੇ ਕਵਿਸ਼ਰੀ ਹੋਵੇਗੀ ਤੇ ਫਿਰ ਅੰਮ੍ਰਿਤਪਾਲ ਸਿੰਘ ਵੀ ਸੰਗਤਾਂ ਨੂੰ ਸੰਬੋਧਨ ਕਰਨਗੇ। ਅੰਮ੍ਰਿਤਪਾਲ ਸਿੰਘ ਨੇ ਪ੍ਰੋਗਰਾਮ ਦੱਸਦਿਆਂ ਕਿਹਾ ਕਿ ਦੀਪ ਸਿੱਧੂ ਖੁਦ ਵੀ ਅੰਮ੍ਰਿਤਪਾਨ ਕਰਨ ਜਾ ਰਹੇ ਸੀ, ਇਸੇ ਲਈ ਉਹਨਾਂ ਦੀ ਯਾਦ ਵਿੱਚ ਗੁਰਪਾਈ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ, ਜਿਸ ਨੂੰ ਅੱਗੇ ਤੋਰਦਿਆਂ ਅੰਮ੍ਰਿਤ ਸੰਚਾਰ ਹੋਵੇਗਾ। ਦੀਪ ਸਿੱਧੂ ਦੀ ਪਹਿਲੀ ਬਰਸੀ ਤੋਂ ਪਹਿਲਾਂ ਉਸ ਦੀ ਦੋਸਤ ਰੀਨਾ ਰਾਏ ਨੇ ਪਿਛਲੇ ਹਫ਼ਤੇ ਵੀਡੀਓ ਮੈਸੇਜ ਨਸ਼ਰ ਕਰਕੇ ਸਪਸ਼ਟ ਕੀਤਾ ਸੀ ਕਿ ਦੀਪ ਸਿੱਧੂ ਦੀ ਮੌਤ ਪਿੱਛੇ ਕਿਸੇ ਤਰ੍ਹਾਂ ਦੀ ਕੋਈ ਸਾਜ਼ਿਸ਼ ਨਹੀਂ ਹੈ, ਬਲਕਿ ਕੁਝ ਲੋਕ ਉਸ ਦੀ ਮੌਤ ਨੂੰ ਸਾਜ਼ਿਸ਼ ਦੱਸ ਕੇ ਹਮਦਰਦੀ ਖੱਟ ਰਹੇ ਨੇ। 15 ਫਰਵਰੀ ਦੀ ਰਾਤ ਨੂੰ ਜਦੋਂ ਦੀਪ ਸਿੱਧੂ ਦਾ ਸੜਕ ਹਾਦਸੇ ਦੇ ਵਿੱਚ ਦੇਹਾਂਤ ਹੋ ਗਿਆ ਸੀ, ਉਸ ਵਕਤ ਰੀਨਾ ਰਾਏ ਕਾਰ ਦੇ ਵਿੱਚ ਨਾਲ ਮੌਜੂਦ ਸੀ। ਦੂਸਰੇ ਪਾਸੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਰੀਨਾ ਰਾਏ ਦੇ ਦਾਅਵੇ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਦੀਪ ਸਿੱਧੂ ਨੂੰ ਸਾਜ਼ਿਸ਼ ਤਹਿਤ ਮਾਰਿਆ ਗਿਆ ਤੇ ਉਸ ਨੂੰ ਸੜਕ ਦੁਰਘਟਨਾ ਦਾ ਰੂਪ ਦਿੱਤਾ ਗਿਆ। ਪੰਜਾਬੀਆਂ ਦੀ ਸਿਹਤ ਦੇ ਨਾਲ ਜੁੜੀ ਇੱਕ ਵੱਡੀ ਖਬਰ ਹੈ ਕਿ ਸੈਂਟਰ ਸਰਕਾਰ ਨੇ ਪੰਜਾਬ ਨੂੰ ਨੈਸ਼ਨਲ ਸਿਹਤ ਮਿਸ਼ਨ ਦੇ ਤਹਿਤ ਫੰਡ ਰੋਕਣ ਦੀ ਚੇਤਾਵਨੀ ਦਿੱਤੀ ਹੈ। ਦਰਅਸਲ ਸੈਂਟਰ ਸਰਕਾਰ ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕਾਂ ਦੇ ਵਿੱਚ ਬਦਲੇ ਜਾਣ ਤੋਂ ਬਾਵਾ ਔਖੀ ਹੈ। ਇਸ ਕਰਕੇ ਪ੍ਰਮੁੱਖ ਸਕੱਤਰ VK ਮੀਨਾ ਦੇ ਨਾਮ 6 ਫਰਵਰੀ ਨੂੰ ਜਾਰੀ ਕੀਤੀ ਚਿੱਠੀ ਦੇ ਵਿੱਚ ਸਿਹਤ ਤੇ ਪਰਿਵਾਰ ਭਲਾਈ ਦੇ ਵਧੀਕ ਸਕੱਤਰ ਰੋਲੀ ਸਿੰਘ ਨੇ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਭਾਰਤ ਸਰਕਾਰ ਦੇ ਵੱਲੋਂ ਕੌਮੀ ਸਿਹਤ ਮਿਸ਼ਨ ਤਹਿਤ ਆਪਣੇ ਹਿੱਸੇ ਦੇ 438 ਕਰੋੜ ਜਾਰੀ ਕਰ ਦਿੱਤੇ ਗਏ ਨੇ, ਪਰ ਸੂਬਾ ਸਰਕਾਰ ਨੇ ਇਹ ਫੰਡ ਸਿਹਤ ਭਲਾਈ ਕੇਂਦਰਾਂ ਨੂੰ ਆਮ ਆਦਮੀ ਕਲੀਨਿਕਾਂ ਦੇ ਵਿੱਚ ਤਬਦੀਲ ਕਰਨ ਤੇ ਹੀ ਖਰਚ ਦਿੱਤੀ। ਇਸ ਲਈ ਹੁਣ ਕੇਂਦਰੀ ਸਕੀਮ ਤਹਿਤ ਸੂਬਾ ਸਰਕਾਰ ਨੂੰ 546 ਕਰੋੜ ਦੀ ਅਗਲੀ ਕਿਸ਼ਤ ਨਹੀਂ ਦੇ ਸਕਦਾ। ਚਿੱਠੀ ਮੁਤਾਬਕ 2022-23 ਦੇ ਵਿੱਤੀ ਵਰ੍ਹੇ ਦੇ ਵਿੱਚ ਕੌਮੀ ਸਿਹਤ ਮਿਸ਼ਨ ਤਹਿਤ ਪੰਜਾਬ ਨੂੰ 1114 ਕਰੋੜ 57 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ, ਜਿਹਦੇ ਵਿੱਚ 60% ਹਿੱਸਾ ਕੇਂਦਰ ਤੇ 40% ਹਿੱਸਾ ਪੰਜਾਬ ਸਰਕਾਰ ਵੱਲੋਂ ਪਾਇਆ ਜਾਣਾ ਸੀ। ਕੇਂਦਰ ਸਰਕਾਰ ਆਪਣੀ ਰਾਸ਼ੀ ਜਾਰੀ ਕਰ ਚੁੱਕੀ ਸੀ ਤੇ ਚਿੱਠੀ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਕਿ ਸੂਬਾ ਸਰਕਾਰ ਨੇ ਕੇਂਦਰ ਦੇ ਨਿਯਮਾਂ ਦੀ ਉਲੰਘਣਾ ਕਰਕੇ ਇਸ ਪੈਸੇ ਦੀ ਦੁਰਵਰਤੋਂ ਕੀਤੀ ਹੈ, ਆਮ ਆਦਮੀ ਕਲੀਨਿਕਾਂ ਦੇ ਲਈ ਵਰਤਿਆ ਹੈ, ਜਦਕਿ ਇਸ ਫੰਡ ਦੀ ਵਰਤੋਂ ਆਯੁਸ਼ਮਾਨ ਭਾਰਤ ਅਧੀਨ ਸਿਹਤ ਤੇ ਭਲਾਈ ਕੇਂਦਰਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਕੀਤੀ ਜਾਣੀ ਚਾਹੀਦੀ ਸੀ। ਸੂਬੇ ਦੇ ਵਿੱਚ 3000 ਸਿਹਤ ਤੇ ਭਲਾਈ ਕੇਂਦਰ ਨੇ, ਇਹਨਾਂ ਵਿੱਚੋਂ 400 ਪ੍ਰਾਇਮਰੀ ਹੈਲਥ ਕੇਂਦਰਾਂ ਨੂੰ ਆਮ ਆਦਮੀ ਕਲੀਨਿਕਾਂ ਦੇ ਵਿੱਚ ਬਦਲ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਵਿਚਾਲੇ ਸਰਕਾਰ ਬਣਨ ਤੋਂ ਬਾਅਦ ਜਿਹੜੀ ਠੰਡੀ ਜੰਗ ਛਿੜੀ ਹੋਈ ਹੈ, ਉਹ ਕਦੇ-ਕਦੇ ਤੇਜ਼ ਹੋ ਜਾਂਦੀ ਹੈ। ਕੁਝ ਵਕਫੇ ਤੋਂ ਬਾਅਦ ਹੁਣ ਰਾਜਪਾਲ ਨੇ ਫਿਰ ਇਸ ਲੜਾਈ ਦੀ ਚੁੰਝ ਛੇੜ ਦਿੱਤੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਿੱਛੇ ਨਹੀਂ ਹਟੇ। ਜੋ ਰਾਜਪਾਲ ਨੇ ਚਿੱਠੀ ਲਿਖ ਕੇ ਜਵਾਬ ਮੰਗੇ ਸਨ, ਮੁੱਖ ਮੰਤਰੀ ਨੇ ਉਹ ਜਵਾਬ 4 ਲਾਈਨਾਂ ਦੇ ਵਿੱਚ ਦੇ ਕੇ ਸਪਸ਼ਟ ਕਰ ਦਿੱਤਾ ਹੈ ਕਿ ਦੋਨਾਂ ਦੇ ਵਿਚਾਲੇ ਤਣਾਅ ਫਿਰ ਤੋਂ ਵੱਧ ਗਿਆ ਹੈ। ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਤਰੀਕੇ ਦੇ ਨਾਲ ਜਵਾਬ ਦੇਣ ਤੋਂ ਸਾਫ਼-ਸਾਫ਼ ਇਨਕਾਰ ਕੀਤਾ ਹੈ ਤੇ ਦੋਵਾਂ ਦਰਮਿਆਨ ਜਿਹੜਾ ਟਕਰਾਅ ਬਣਿਆ ਹੈ, ਉਸ ਦਾ ਪਰਛਾਵਾਂ ਐਤਕੀ ਆਉਂਦੇ ਬਜਟ ਸੈਸ਼ਨ ਤੇ ਵੀ ਪੈ ਸਕਦਾ ਹੈ। ਪੰਜਾਬ ਕੈਬਨਿਟ ਦੀ 21 ਫਰਵਰੀ ਨੂੰ ਮੀਟਿੰਗ ਸੱਦੀ ਗਈ ਹੈ, ਜਿਸ ਦੇ ਵਿੱਚ ਬਜਟ ਸੈਸ਼ਨ ਦਾ ਫੈਸਲਾ ਲਿਆ ਜਾ ਸਕਦਾ ਹੈ ਤੇ ਜੇ ਮਾਹੌਲ ਸੁਖਾਵਾਂ ਨਾ ਬਣਿਆ ਤਾਂ ਬਜਟ ਸੈਸ਼ਨ ਮੌਕੇ ਰਾਜਪਾਲ ਦੇ ਭਾਸ਼ਣ ਦੌਰਾਨ ਨਵੀਂ ਤਲਖੀ ਵੀ ਪੈਦਾ ਹੋ ਸਕਦੀ ਹੈ, ਕਿਉਂਕਿ ਸੈਸ਼ਨ ਦੇ ਦੌਰਾਨ ਸਭ ਤੋਂ ਪਹਿਲਾਂ ਰਾਜਪਾਲ ਦਾ ਭਾਸ਼ਣ ਹੀ ਹੁੰਦਾ। ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਵਿਰੋਧੀ ਕਾਰਵਾਈਆਂ ਦਾ ਇਲਜ਼ਾਮ ਲਾ ਕੇ ਹੁਣ ਬੀਬੀ ਜਗੀਰ ਕੌਰ, ਜਗਮੀਤ ਸਿੰਘ ਬਰਾੜ, ਸੇਵਾ ਸਿੰਘ ਸੇਖਵਾਂ ਅਤੇ ਹੋਰ ਵੱਡੇ ਲੀਡਰਾਂ ਤੋਂ ਬਾਅਦ ਹੁਣ ਕਰਨੈਲ ਸਿੰਘ ਪੰਜੋਲੀ ਨੂੰ ਵੀ ਪਾਰਟੀ ਚੋਂ ਕੱਢ ਦਿੱਤਾ ਹੈ ਤੇ ਲੀਡਰਸ਼ਿਪ ਦੀ ਇਸ ਕਾਰਵਾਈ ਤੋਂ ਬਾਅਦ ਪੰਜੋਲੀ ਨੇ ਕਿਹਾ ਕਿ ਬੇੜੀਆਂ ਚੋਂ ਮੁਕਤ ਹੋ ਕੇ ਖੁਸ਼ ਹਾਂ। ਪੰਜੋਲੀ ਨੇ ਕਿਹਾ ਕਿ ਬਿਨਾਂ ਕੋਈ ਨੋਟਿਸ ਦਿੱਤੇ ਪਾਰਟੀ ਨੇ ਫੈਸਲਾ ਲਿਆ, ਜਿਸ ਤੋਂ ਸਾਫ਼ ਹੈ ਕਿ ਪਾਰਟੀ ਹੁਣ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਈ ਹੈ। ਪੰਜੋਲੀ ਨੇ ਕਿਹਾ ਕਿ ਬੇੜੀਆਂ ਚੋਂ ਮੁਕਤ ਹੋ ਕੇ ਵੀ ਪੰਥ ਦੀ ਸੇਵਾ ਦੇ ਵਿੱਚ ਜੁਟਿਆ ਰਹਾਂਗਾ। ਦੂਸਰੇ ਪਾਸੇ ਕਿਸਾਨ ਯੂਨੀਅਨ ਡਕੌਂਦਾ ਦੀ ਗੱਲ ਕਰ ਲਈਏ ਤਾਂ ਦੁਫਾੜ ਇੰਨਾ ਕੁ ਵੱਧ ਗਿਆ ਕਿ ਹੁਣ ਧਨੇਰ ਧੜੇ ਨੇ ਜਨਰਲ ਕੌਂਸਲ ਬੁਲਾ ਕੇ ਬੂਟਾ ਸਿੰਘ ਬੁਰਜਗਿੱਲ ਨੂੰ ਪਾਰਟੀ ਦੇ ਵਿੱਚੋਂ ਜਥੇਬੰਦੀ ਦੇ ਵਿੱਚੋਂ ਕੱਢ ਦਿੱਤਾ ਹੈ, ਜਦਕਿ ਪਿਛਲੇ
ਨਹੀਂ ਬੂਟਾ ਸਿੰਘ ਬੁਰਜਗਿੱਲ ਨੇ ਧਨੇਰ ਸਣੇ ਹੋਰ ਕਈ ਲੀਡਰਾਂ ਨੂੰ ਜਥੇਬੰਦੀ ਚੋਂ ਕੱਢ ਦਿੱਤਾ ਸੀ। ਜਨਰਲ ਕੌਂਸਲ ਦੀ ਇਸ ਕਾਰਵਾਈ ਤੋਂ ਬਾਅਦ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਜਥੇਬੰਦੀ ਚੋਂ ਕੱਢੇ ਹੋਇਆਂ ਨੂੰ ਜਨਰਲ ਕੌਂਸਲ ਸੱਦਣ ਦਾ ਹੀ ਹੱਕ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਰਾਂਸਪੋਰਟ ਵਿਭਾਗ ਤੇ NIC ਦੇ ਵੱਲੋਂ ਲੋਕਾਂ ਨੂੰ ਵਾਹਨਾਂ ਦੀ ਫਿਟਨੈਸ ਸਰਟੀਫਿਕੇਟ ਆਨਲਾਈਨ ਮੁਹੱਈਆ ਕਰਵਾਉਣ ਦੇ ਲਈ ਇੱਕ ਐਪ ਲਾਂਚ ਕੀਤੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਐਪ ਦੇ ਨਾਲ ਲੋਕਾਂ ਨੂੰ ਮੋਬਾਈਲ ਦੀ ਇੱਕ ਕਲਿੱਕ ਰਾਹੀਂ ਫਿਟਨੈਸ ਸਰਟੀਫਿਕੇਟ ਉਹਨਾਂ ਦੇ ਘਰਾਂ ਦੇ ਵਿੱਚ ਹੀ ਮਿਲ ਸਕੇਗਾ। ਉਹਨਾਂ ਦਾਅਵਾ ਕੀਤਾ ਕਿ ਇਸ ਸਹੂਲਤ ਦੇ ਨਾਲ ਟਰਾਂਸਪੋਰਟ ਪ੍ਰਣਾਲੀ ਦੇ ਵਿੱਚ ਪਾਰਦਰਸ਼ਤਾ ਆਵੇਗੀ। ਇਸ ਐਪ ਦੇ ਰਾਹੀਂ ਲੋਕ ਫਿਟਨੈਸ ਸਰਟੀਫਿਕੇਟ ਹਾਸਲ ਕਰਨ ਦੀ ਫੀਸ ਆਨਲਾਈਨ ਹੀ ਅਦਾ ਕਰ ਸਕਦੇ ਨੇ। RTO ਸਟਾਫ ਆਨਲਾਈਨ ਅਪਲੋਡ ਕੀਤੇ ਦਸਤਾਵੇਜ਼ਾਂ ਦੀ ਪੜਤਾਲ ਕਰੇਗਾ ਤੇ ਵਾਹਨਾਂ ਦੀ ਜਾਂਚ ਵੀ MVI ਦੇ ਵੱਲੋਂ ਆਨਲਾਈਨ ਹੀ ਕੀਤੀ ਜਾਵੇਗੀ। ਇਹ ਐਪ ਟਰਾਂਸਪੋਰਟ ਵਿਭਾਗ ਅਤੇ NIC ਦੇ ਵੱਲੋਂ ਸਾਂਝੇ ਤੌਰ ਤੇ ਤਿਆਰ ਕੀਤੀ ਗਈ ਹੈ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿੱਥੇ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਕੌਮੀ ਇਨਸਾਫ ਮੋਰਚਾ ਸਿੱਖ ਜਥੇਬੰਦੀਆਂ ਦੇ ਵੱਲੋਂ ਜਾਰੀ ਹੈ, ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਦਸਤਖਤੀ ਮੁਹਿੰਮ ਵੀ ਚਲਾਈ ਜਾ ਰਹੀ ਹੈ। SGPC ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਰਕਾਰਾਂ ਦਾ ਹੁੰਗਾਰਾ ਨਾ ਪੱਖੀ ਹੀ ਹੈ। ਉਹਨਾਂ ਕਿਹਾ ਕਿ ਰਿਹਾਈ ਵਾਸਤੇ ਪੰਜਾਬ 'ਚ 2 ਵੱਖ-ਵੱਖ ਮੁਹਿੰਮਾਂ ਚੱਲ ਰਹੀਆਂ ਨੇ, ਪਰ ਇਸ ਮਾਮਲੇ ਦੇ ਵਿੱਚ ਹੁਣ ਤੱਕ ਸੈਂਟਰ ਸਰਕਾਰ ਜਾਂ ਸੂਬਾ ਸਰਕਾਰ ਕਿਸੇ ਵੀ ਸਰਕਾਰ ਨੇ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ। SGPC 22 ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੀ ਹੈ, ਜਿਨ੍ਹਾਂ ਵਿੱਚੋਂ 9 ਨੇ 25 ਤੋਂ 30 ਸਾਲ ਜੇਲ੍ਹਾਂ ਦੇ ਵਿੱਚ ਬਿਤਾ ਦਿੱਤੇ ਨੇ, ਆਪਣੀ ਸਜ਼ਾ ਤੋਂ ਵੱਧ ਸਜ਼ਾਵਾਂ ਭੁਗਤ ਰਹੇ ਨੇ ਤੇ ਬਾਕੀ ਜਿਹੜੇ ਬੰਦੀ ਸਿੰਘ ਨੇ ਉਹ 6 ਤੋਂ 10 ਸਾਲਾਂ ਤੋਂ ਲੈ ਕੇ ਜੇਲ੍ਹਾਂ ਦੇ ਵਿੱਚ ਬੰਦ ਨੇ। ਮੁਹਿੰਮ ਤਹਿਤ SGPC 16 ਲੱਖ ਤੋਂ ਵੱਧ ਲੋਕਾਂ ਦੇ ਪਰਫਾਰਮੇ ਭਰਵਾ ਚੁੱਕੀ ਹੈ, ਜਿਹੜੇ ਕਿ ਰਾਜਪਾਲ ਰਾਹੀਂ ਰਾਸ਼ਟਰਪਤੀ ਨੂੰ ਭੇਜੇ ਜਾਣਗੇ। ਕੌਮੀ ਇਨਸਾਫ ਮੋਰਚੇ ਦੇ ਮੁੱਖ ਪ੍ਰਬੰਧਕਾਂ ਦੇ ਵਿੱਚੋਂ ਇੱਕ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਵੀ ਦੱਸਿਆ ਕਿ ਹੁਣ ਤੱਕ ਭਾਵੇਂ ਸਰਕਾਰ ਦੇ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਮੋਰਚੇ ਨੂੰ ਨਹੀਂ ਦਿੱਤਾ ਗਿਆ, ਪਰ ਮੋਰਚੇ ਵੱਲੋਂ ਛੇਤੀ ਹੀ ਸਿੱਖ ਸ਼ਕਤੀ ਇਕਜੁੱਟ ਕਰਨ ਦੇ ਯਤਨ ਕੀਤੇ ਜਾਣਗੇ ਤੇ ਮੋਰਚਾ ਚੱਲਦਾ ਰਹੇਗਾ। SGPC ਦੀ ਦਸਤਖਤੀ ਮੁਹਿੰਮ ਦੀ ਗੱਲ ਕਰ ਲਈਏ ਤਾਂ ਪਿਛਲੇ ਦਿਨੀ ਜੇਲ੍ਹਾਂ 'ਚ ਬੰਦ ਬੰਦੀ ਸਿੰਘਾਂ ਨੇ ਸਿੱਖ ਸੰਗਤ ਨੂੰ ਸੁਨੇਹਾ ਭੇਜਿਆ ਸੀ ਤੇ SGPC ਨੂੰ ਵੀ ਸੁਨੇਹਾ ਭੇਜਿਆ ਸੀ ਕਿ ਦਸਤਖਤੀ ਮੁਹਿੰਮ ਦੇ ਨਾਲ ਸਾਡੀ ਰਿਹਾਈ ਨੂੰ ਕੋਈ ਫਰਕ ਨਹੀਂ ਪੈਣਾ, ਯਾਨੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਦਸਤਖਤੀ ਮੁਹਿੰਮ ਨੇ ਕੋਈ ਯੋਗਦਾਨ ਨਹੀਂ ਦੇਣਾ। SGPC ਨੇ ਜੇ ਕੁਝ ਕਰਨਾ ਹੈ ਤਾਂ ਖਾਲਿਸਤਾਨ ਦੇ ਮੁੱਦੇ ਤੇ ਮਤਾ ਪਾਸ ਕਰੇ। ਤੇ ਪਿਛਲੇ ਦਿਨੀ ਪੱਕੇ ਮੋਰਚੇ ਦੇ ਸੰਘਰਸ਼ ਦਰਮਿਆਨ ਬੁੱਧਵਾਰ 8 ਫਰਵਰੀ ਨੂੰ ਜਿਹੜੀ ਚੰਡੀਗੜ੍ਹ ਤੇ ਮੋਹਾਲੀ ਪੁਲਿਸ ਅਤੇ ਮੋਰਚੇ ਵੱਲੋਂ ਭੇਜੇ ਜਥੇ ਵਿਚਾਲੇ ਜਿਹੜੀ ਝੜਪ ਹੋਈ ਸੀ, ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ 10 ਹੋਰ ਤਸਵੀਰਾਂ ਜਾਰੀ ਕੀਤੀਆਂ ਨੇ। ਪੁਲਿਸ ਨੇ ਇੱਕ ਹਫ਼ਤੇ ਦੇ ਵਿੱਚ ਕੁੱਲ 30 ਜਣੇ ਦੀਆਂ ਤਸਵੀਰਾਂ ਜਾਰੀ ਕੀਤੀਆਂ ਨੇ, ਜਿਨ੍ਹਾਂ ਵਿੱਚੋਂ 7 ਜਣਿਆਂ ਦੀ ਸ਼ਨਾਖਤ ਹੋ ਚੁੱਕੀ ਹੈ ਤੇ ਚੰਡੀਗੜ੍ਹ ਪੁਲਿਸ ਨੇ ਇਹਨਾਂ ਦੀ ਸ਼ਨਾਖਤ ਕਰਨ ਵਾਲੇ ਨੂੰ 10,000 ਰੁਪਏ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀਂ ਕੀਤੀ। ਨਕੋਦਰ ਦੇ ਵਿੱਚ 37 ਸਾਲ ਪਹਿਲਾਂ ਬੇਅਦਬੀ ਕਾਰਨ ਵਾਪਰੇ ਗੋਲੀकांड ਦੇ ਵਿੱਚ ਇਨਸਾਫ ਮੰਗ ਰਹੇ ਪੀੜਤ ਪਰਿਵਾਰ ਨੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਚਿੱਠੀ ਲਿਖ ਕੇ ਇਨਸਾਫ ਮੰਗਿਆ ਹੈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਪੰਜਾਬ ਨੇ ਪਹਿਲਾਂ ਭੇਜੀ ਚਿੱਠੀ ਬਿਨਾਂ ਪੜ੍ਹੇ ਹੀ ਗ੍ਰਹਿ ਸਕੱਤਰ ਨੂੰ ਭੇਜ ਦਿੱਤੀ ਹੈ। ਇਹ ਚਿੱਠੀ ਉਹਨਾਂ ਨੇ 10 ਫਰਵਰੀ ਨੂੰ ਮੁੱਖ ਮੰਤਰੀ ਨੂੰ ਲਿਖੀ ਸੀ। ਪੀੜਤ ਪਰਿਵਾਰਾਂ ਨੇ ਇਲਜ਼ਾਮ ਲਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਤੈਅ ਕਰ ਰਹੇ ਨੇ ਕਿ ਪੰਜਾਬ ਸਰਕਾਰ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀकांड ਵਿੱਚ ਇਨਸਾਫ ਦਿਵਾਉਣ ਲਈ ਵਚਨਬੱਧ ਹੈ, ਪਰ ਨਕੋਦਰ ਦੇ ਪੀੜਤ ਪਰਿਵਾਰਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਤੇ ਉਹਨਾਂ ਦੀ ਚਿੱਠੀ ਤਾਂ ਮੁੱਖ ਮੰਤਰੀ ਜੀ ਬਿਨਾਂ ਪੜ੍ਹੇ ਹੀ ਅੱਗੇ ਭੇਜ ਦਿੰਦੇ ਨੇ। ਉਹਨਾਂ ਕਿਹਾ ਕਿ ਅਸੀਂ 13,520 ਦਿਨਾਂ ਤੋਂ ਇਸ ਘਿਨਾਉਣੇ ਕਾਰੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਉਡੀਕ ਕਰ ਰਹੇ ਹਾਂ, ਪਰ ਹੁਣ ਤੱਕ ਪੰਜਾਬ ਦੇ 8 ਮੁੱਖ ਮੰਤਰੀ ਬਣ ਚੁੱਕੇ ਨੇ ਉਸ ਕਾਂਡ ਤੋਂ ਬਾਅਦ, ਪਰ ਕਿਸੇ ਵੀ ਮੁੱਖ ਮੰਤਰੀ ਨੇ ਸਾਨੂੰ ਇਨਸਾਫ ਨਹੀਂ ਦਿੱਤਾ। ਉਹਨਾਂ ਮੁੱਖ ਮੰਤਰੀ ਨੂੰ ਤਾਜ਼ੀ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ 37 ਸਾਲ ਪਹਿਲਾਂ ਵਾਪਰੇ ਬੇਅਦਬੀ ਕਾਂਡ ਦੇ ਮਸਲੇ ਤੇ ਵੀ ਧਿਆਨ ਦਿਓ ਅਤੇ ਮੁੱਖ ਮੰਤਰੀ ਨੂੰ ਇਨਸਾਫ ਦਿਵਾਉਣ ਦੀ ਜਾਂਚ ਦੇ ਵਿੱਚ ਖੁਦ ਦਖਲ ਦੇਣਾ ਚਾਹੀਦਾ ਹੈ। 37 ਸਾਲ ਪਹਿਲਾਂ ਦੇ ਕਾਂਡ ਦੀ ਗੱਲ ਕਰ ਲਈਏ ਤਾਂ 2 ਫਰਵਰੀ 1986 ਨੂੰ ਨਕੋਦਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਪਾਵਨ ਸਰੂਪ ਸਾੜ ਦਿੱਤੇ ਗਏ ਸੀ। ਇਸ ਦੇ ਰੋਸ ਵਜੋਂ ਸਿੱਖ ਸੰਗਤਾਂ 4 ਫਰਵਰੀ ਨੂੰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸੀ ਤਾਂ ਪੁਲਿਸ ਨੇ ਬਿਨਾਂ ਚੇਤਾਵਨੀ ਦਿੱਤੇ ਅੰਨ੍ਹੇਵਾਹ ਸੰਗਤ ਤੇ ਗੋਲੀਆਂ ਚਲਾ ਦਿੱਤੀਆਂ ਸੀ, ਜਿਹਦੇ ਵਿੱਚ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਸਨ ਅਤੇ 4 ਨਿਹੱਥੇ ਸਿੱਖ ਨੌਜਵਾਨ ਮਾਰ ਦਿੱਤੇ ਗਏ ਸਨ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਜੁੜੇ ਨੌਜਵਾਨਾਂ ਨੂੰ ਸਿੱਖ ਕੌਮ ਨੇ ਸ਼ਹੀਦਾਂ ਦਾ ਦਰਜਾ ਦਿੱਤਾ ਹੈ। ਜਲੰਧਰ ਦੇ ਲਤੀਫਪੁਰਾ ਦੇ ਵਿੱਚ 2 ਮਹੀਨੇ ਪਹਿਲਾਂ ਉਜਾੜੇ ਗਏ ਪੀੜਤ ਪਰਿਵਾਰਾਂ ਨੇ ਹੁਣ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਿਹੜੇ 50 ਘਰਾਂ ਨੂੰ ਉਜਾੜਿਆ ਗਿਆ ਸੀ ਉਹ ਹਾਲੇ ਤੱਕ ਖੁੱਲੇ ਅਸਮਾਨ ਦੇ ਥੱਲੇ ਉਸੇ ਤਰ੍ਹਾਂ ਬੈਠੇ ਨੇ ਅਤੇ ਉਹਨਾਂ ਦਾ ਮੋਰਚਾ ਲਗਾਤਾਰ ਜਾਰੀ ਹੈ। ਮੰਗ ਉਹਨਾਂ ਦੀ ਇੱਕੋ ਹੀ ਹੈ ਕਿ ਸਾਨੂੰ ਲਤੀਫਪੁਰਾ ਦੇ ਉਸੇ ਇਲਾਕੇ ਦੇ ਵਿੱਚ ਮੁੜ ਵਸਾਇਆ ਜਾਵੇ ਜਿੱਥੋਂ ਸਾਨੂੰ ਉਜਾੜਿਆ ਗਿਆ ਹੈ।
ਕੱਲ੍ਹ ਪੀੜਤ ਪਰਿਵਾਰਾਂ ਨੇ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਵਿਧਾਇਕ ਸ਼ੀਤਲ ਅੰਗਰਾਲ ਦਾ ਘਰ ਘੇਰਿਆ ਤੇ ਹੁਣ 21 ਫਰਵਰੀ ਨੂੰ ਉਹ ਆਮ ਆਦਮੀ ਪਾਰਟੀ ਦੇ ਲੀਡਰ ਤੇ ਜਲੰਧਰ ਛਾਉਣੀ ਹਲਕੇ ਦੇ ਇੰਚਾਰਜ ਸੁਰਿੰਦਰ ਸਿੰਘ ਸੋਢੀ ਦੇ ਘਰ ਦਾ ਘਿਰਾਓ ਵੀ ਕਰਨਗੇ। ਅਣਮਿੱਥੇ ਸਮੇਂ ਦੇ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਰੋਜ਼ਾਨਾ ਸਵੇਰੇ 10 ਵਜੇ ਸ਼ੁਰੂ ਹੋਏਗੀ। ਸ਼ਾਮ 5 ਵਜੇ ਮੁੱਖ ਮੰਤਰੀ ਪੰਜਾਬ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੇ ਪੁਤਲੇ ਫੂਕ ਕੇ ਸਮਾਪਤ ਹੋਇਆ ਕਰੇਗੀ। ਹੁਣ ਦੁਨੀਆ ਦੇ ਇੱਕ ਵੱਡੇ ਕੌਮਾਂਤਰੀ ਚੈਨਲ BBC ਦੇ ਦਫ਼ਤਰਾਂ ਤੇ ਆਮਦਨ ਕਰ ਵਿਭਾਗ ਦੇ ਛਾਪਿਆਂ ਦੀ ਗੱਲ ਕਰ ਲੈਂਦੇ ਹਾਂ। ਕੱਲ੍ਹ ਦਿੱਲੀ ਅਤੇ ਮੁੰਬਈ ਦੇ ਵਿੱਚ BBC ਦੇ ਦਫ਼ਤਰਾਂ ਦੇ ਵਿੱਚ ਵਿਭਾਗ ਦੀਆਂ ਟੀਮਾਂ ਨੇ ਇੱਕੋ ਵੇਲੇ ਦਸਤਕ ਦਿੱਤੀ। ਅਧਿਕਾਰੀਆਂ ਅਤੇ ਹੋਰ ਸਟਾਫ ਦੇ ਮੋਬਾਈਲ ਤੇ ਲੈਪਟਾਪ ਕਬਜ਼ੇ ਦੇ ਵਿੱਚ ਲੈ ਲਏ। ਹਾਲਾਂਕਿ ਆਮਦਨ ਕਰ ਵਿਭਾਗ ਨੇ ਇਹਨਾਂ ਛਾਪਿਆਂ ਨੂੰ ਸਰਵੇ ਦਾ ਨਾਮ ਦਿੱਤਾ ਹੈ। ਰੇਡ ਦੀ ਥਾਂ ਤੇ ਸਰਵੇ ਆਪਰੇਸ਼ਨ ਦਾ ਨਾਮ ਦੇ ਕੇ ਕਈ ਘੰਟਿਆਂ ਤੱਕ ਛਾਪੇਮਾਰੀ ਕੀਤੀ ਗਈ। IT ਵਿਭਾਗ ਦੀਆਂ ਟੀਮਾਂ ਨੇ ਕਥਿਤ ਟੈਕਸ ਧੋਖਾਧੜੀ ਦੇ ਨਾਲ ਜੁੜੀ ਜਾਂਚ ਦੀ ਕੜੀ ਵਜੋਂ BBC ਦੇ ਦਫ਼ਤਰਾਂ ਤੇ ਛਾਪੇਮਾਰੀ ਕੀਤੀ ਹੈ। IT ਵਿਭਾਗ ਨੇ ਛਾਪੇ ਅਜਿਹੇ ਮੌਕੇ ਮਾਰੇ ਨੇ ਜਦੋਂ BBC ਨੇ ਪਿਛਲੇ ਦਿਨੀ ਇੰਡੀਆ ਦਾ ਮੋਦੀ ਕੁਐਸਚਨ ਨਾਮ ਦੀ 2 ਹਿੱਸਿਆਂ ਵਾਲੀ ਦਸਤਾਵੇਜ਼ੀ ਪ੍ਰਸਾਰਿਤ ਕੀਤੀ ਹੈ, ਜਿਸ ਨੂੰ ਲੈ ਕੇ ਮੋਦੀ ਸਰਕਾਰ ਨੇ ਤਿੱਖੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਸੀ ਅਤੇ ਡਾਕੂਮੈਂਟਰੀ ਦਾ ਇੱਕ ਹਿੱਸਾ ਭਾਰਤ ਦੇ ਵਿੱਚ ਬੈਨ ਵੀ ਕਰ ਦਿੱਤਾ ਸੀ। ਇਸ ਰੇਡ ਦੌਰਾਨ BBC ਦੇ ਸਟਾਫ ਮੈਂਬਰਾਂ ਨੂੰ ਅਧਿਕਾਰੀਆਂ ਨੇ ਆਪੋ ਆਪਣੇ ਫੋਨ ਅਦਾਰੇ ਵਿੱਚ ਇੱਕ ਥਾਂ ਰੱਖਣ ਲਈ ਕਹਿ ਦਿੱਤਾ ਅਤੇ ਕਈ ਘੰਟਿਆਂ ਤੱਕ ਦਸਤਾਵੇਜ਼ਾਂ ਦੀ ਪੜਤਾਲ ਕੀਤੀ। ਇਸ ਮੌਕੇ ਜਿੱਥੇ ਕਾਂਗਰਸ ਨੇ IT ਦੇ ਛਾਪਿਆਂ ਨੂੰ ਡਰਾਉਣ ਵਾਲੇ ਦੱਸਿਆ ਹੈ, BBC ਨੂੰ ਡਰਾਉਣ ਧਮਕਾਉਣ ਦੀ ਕਾਰਵਾਈ ਕਰਾਰ ਦਿੱਤਾ ਹੈ, ਉੱਥੇ ਭਾਜਪਾ ਨੇ ਕਿਹਾ ਹੈ BJP ਨੇ ਕਿਹਾ ਕਿ ਵਿਭਾਗ ਨੂੰ IT ਵਿਭਾਗ ਨੂੰ ਉਸ ਦਾ ਕੰਮ ਕਰਨ ਦਿੱਤਾ ਜਾਵੇ। BJP ਨੇ BBC ਤੇ ਭਾਰਤ ਖਿਲਾਫ ਜ਼ਹਿਰੀਲੀ ਭਾਵ ਰੜਕ ਕੱਢਣ ਵਾਲੀ ਰਿਪੋਰਟਿੰਗ ਕਰਨ ਦਾ ਵੀ ਦੋਸ਼ ਲਾਇਆ। BJP ਨੇ ਕਿਹਾ ਕਿ BBC ਤੇ ਕਾਂਗਰਸ ਦਾ ਪ੍ਰੋਪੇਗੈਂਡਾ ਨਾਲੋਂ ਨਾਲ ਚੱਲਦਾ ਹੈ ਤੇ BJP ਨੇ BBC ਨੂੰ ਵਿਸ਼ਵ ਦੀ ਸਭ ਤੋਂ ਭ੍ਰਿਸ਼ਟ ਬਕਵਾਸ ਕਾਰਪੋਰੇਸ਼ਨ ਕਰਾਰ ਦਿੱਤਾ ਹੈ। ਇਸ ਦਰਮਿਆਨ BBC ਦੀ ਸਟੇਟਮੈਂਟ ਵੀ ਸਾਹਮਣੇ ਆਈ ਹੈ। BBC ਨੇ ਕਿਹਾ ਕਿ ਅਸੀਂ ਜਾਂਚ ਦੇ ਵਿੱਚ ਪੂਰਾ ਸਹਿਯੋਗ ਕਰ ਰਹੇ ਹਾਂ। ਬਰਤਾਨਵੀ ਬ੍ਰਾਡਕਾਸਟਰ ਨੇ ਆਸ ਜਤਾਈ ਹੈ ਕਿ ਸਭ ਕੁਝ ਜਲਦੀ ਠੀਕ ਹੋ ਜਾਏਗਾ। ਉਧਰ ਬਰਤਾਨੀਆ ਦੀ ਸੁਨਕ ਸਰਕਾਰ ਵਿਚਲੇ ਸੂਤਰਾਂ ਨੇ ਵੀ ਕਿਹਾ ਹੈ ਕਿ ਭਾਰਤ ਵਿੱਚ BBC ਦਫ਼ਤਰਾਂ ਦੇ ਛਾਪਿਆਂ ਮਗਰੋਂ UK ਸਰਕਾਰ ਹੈ ਜਿਹੜੀ ਉਹ ਹਾਲਾਤਾਂ ਦੇ ਨੇੜਿਓਂ ਨਜ਼ਰ ਰੱਖ ਰਹੀ ਹੈ। ਇਹਨਾਂ ਛਾਪਿਆਂ ਦਰਮਿਆਨ ਉੱਗੀ ਲੇਖਕਾ ਤੇ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚ ਅਕਾਦਮਿਸ਼ਨ ਡਾਕਟਰ ਮੁਕੁਲਕਾ ਬੈਨਰਜੀ ਨੇ ਕਿਹਾ ਕਿ ਹਰ ਕੋਈ ਸਦਮੇ ਵਿੱਚ ਹੈ ਤੇ ਕੋਈ ਇੰਨਾ ਵੀ ਮੂਰਖ ਨਹੀਂ ਕਿ ਉਸ ਨੂੰ ਸਮਝ ਨਾ ਲੱਗੇ ਕਿ ਟੈਕਸ ਸਰਵੇ ਦਾ ਨਾਮ ਇਸ ਨੂੰ ਦਿੱਤਾ ਗਿਆ ਹੈ, ਪਰ ਇਹ ਅਸਲ ਦੇ ਵਿੱਚ ਹਾਲੀਆ BBC ਦਸਤਾਵੇਜ਼ੀ ਦਾ ਮੋੜਵਾਂ ਜਵਾਬ ਹੈ। ਇਹਨਾਂ ਛਾਪਿਆਂ ਤੋਂ ਭਾਰਤੀ ਐਡੀਟਰਜ਼ ਗਿਲਡ ਵੀ ਫਿਕਰਮੰਦ ਹੈ। ਗਿਲਡ ਨੇ ਕਿਹਾ ਕਿ ਛਾਪਿਆਂ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਮੀਡੀਆ ਅਦਾਰਿਆਂ ਨੂੰ ਦਬਕਾਉਣ ਤੇ ਤੰਗ ਪਰੇਸ਼ਾਨ ਕਰਨ ਦੇ ਲਈ ਸਰਕਾਰੀ ਏਜੰਸੀਆਂ ਨੂੰ ਹੱਥ ਠੋਕਾ ਬਣਾਉਣ ਦਾ ਅਮਲ ਬੇਰੋਕ ਜਾਰੀ ਹੈ। ਇਸੇ ਦਰਮਿਆਨ ਇੰਟਰਨੈਸ਼ਨਲ ਮੀਡੀਆ ਨਿਗਰਾਨ ਤੇ ਮਨੁੱਖੀ ਅਧਿਕਾਰਾਂ ਬਾਰੇ ਸੰਸਥਾ ਨੇ ਵੀ ਇਹਨਾਂ ਛਾਪਿਆਂ ਦੀ ਆਲੋਚਨਾ ਕੀਤੀ ਹੈ। ਆਲਮੀ ਨਿਗਰਾਨ ਨੇ ਕਿਹਾ ਕਿ ਛਾਪਿਆਂ ਦੀ ਇਸ ਕਾਰਵਾਈ ਤੋਂ ਡਰਾਉਣ ਧਮਕਾਉਣ ਦੀ ਝਲਕ ਮਿਲਦੀ ਹੈ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਵੱਡਾ ਨਿਰਾਦਰ ਹੈ। ਨਿਊਯਾਰਕ ਆਧਾਰਿਤ ਸੁਤੰਤਰ ਤੇ ਬਿਨਾਂ ਕਿਸੇ ਮੁਨਾਫੇ ਵਾਲੀ ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ ਯਾਨੀ ਕਿ CPJ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੱਤਰਕਾਰਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰੇ। ਇਸੇ ਤਰ੍ਹਾਂ ਇੰਡੀਅਨ ਜਰਨਲਿਸਟਸ ਯੂਨੀਅਨ ਯਾਨੀ ਕਿ IJU ਨੇ ਵੀ ਇਹਨਾਂ ਛਾਪਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਆਮਦਨ ਕਰ ਵਿਭਾਗ ਵੱਲੋਂ ਸਰਵੇ ਦੇ ਨਾਮ ਤੇ ਮੀਡੀਆ ਘਰਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਮੀਡੀਆ ਦੀ ਆਵਾਜ਼ ਨੂੰ ਦਬਾਉਣ ਲਈ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰ ਰਹੀ ਹੈ। ਇਹ ਬਿਆਨ ਜਥੇਬੰਦੀ ਦੇ ਪ੍ਰਧਾਨ ਕੇ ਸ਼੍ਰੀਨਿਵਾਸ ਰੈਡੀ ਅਤੇ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਨੇ ਦਿੱਤਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ ਵਿਸਥਾਰ ਨਾਲ ਦੱਸ ਦਿੰਦੇ ਹਾਂ। ਮੌਸਮ ਦੇ ਵਿੱਚ ਤਬਦੀਲੀ ਆਈ ਹੈ। 11 ਅਤੇ 12 ਤੇ ਨਾਲ ਹੀ 13 ਫਰਵਰੀ ਨੂੰ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਬਹੁਤ ਤੇਜ਼ ਤੇ ਕਈ ਥਾਵਾਂ ਤੇ ਠੰਡੀਆਂ ਤੇਜ਼ ਹਵਾਵਾਂ ਚੱਲਣ ਦੀਆਂ ਖਬਰਾਂ ਮਿਲੀਆਂ ਨੇ, ਜਿਸ ਤੋਂ ਬਾਅਦ ਪੂਰੇ ਸੂਬੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਵੀ ਤਾਪਮਾਨ ਹੈ ਜਿਹੜਾ ਉਹ ਥੱਲੇ ਡਿੱਗ ਪਿਆ ਹੈ। ਠੰਡ ਯਾਨੀ ਕਿ ਵੱਧ ਗਈ ਹੈ ਤਾਂ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਮੌਸਮ ਵਿਭਾਗ ਨੇ ਇਸ ਪੂਰੇ ਹਫ਼ਤੇ ਤੱਕ ਲਈ ਕੀਤੀ ਹੈ। ਐਤਵਾਰ ਤੱਕ ਇਸੇ ਤਰ੍ਹਾਂ ਹੀ ਮੌਸਮ ਦੀ ਜਿਹੜੀ ਤਬਦੀਲੀ ਹੈ ਉਹ ਸਾਰੇ ਝੱਲਦੇ ਰਹਿਣਗੇ, ਕਿਉਂਕਿ ਠੰਡੀਆਂ ਹਵਾਵਾਂ ਚੱਲਣ ਤੋਂ ਬਾਅਦ ਠੰਡ ਹੈ ਜਿਹੜੀ ਇੱਕਦਮ ਵਧੀ ਹੈ। ਜਿਹੜਾ ਪਿਛਲੇ ਹਫ਼ਤੇ ਲੋਕਾਂ ਨੇ ਕੋਟੀਆਂ ਸਵੈਟਰ ਲਾ ਕੇ ਰੱਖ ਦਿੱਤੇ ਸੀ, ਦਿਨੇ ਹੈ ਜਿਹੜਾ ਉਹ ਧੁੱਪ ਦੇ ਵਿੱਚ ਬੈਠਣਾ ਵੀ ਮੁਸ਼ਕਿਲ ਹੋ ਰਿਹਾ ਸੀ, ਹੁਣ ਉਹ ਮੌਸਮ ਇੱਕਦਮ ਬਦਲਿਆ ਹੈ। ਪੱਛਮ ਦੇ ਵੱਲੋਂ ਜਿਹਨੂੰ ਪੱਛੋਂ ਕਹਿੰਦੇ ਨੇ ਕਿ ਪੱਛੋਂ ਚੱਲ ਰਹੀ ਹੈ, ਪੱਛਮ ਦੇ ਵਿੱਚ ਗੜਬੜੀ ਹੋਣ ਕਰਕੇ ਇਹ ਹਵਾਵਾਂ ਚੱਲ ਰਹੀਆਂ ਨੇ ਤੇ ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਹੋਈ ਹੈ, ਪੂਰੀ ਜੰਮ ਕੇ ਬਰਫ਼ਬਾਰੀ ਹੋਈ ਹੈ। ਉਸ ਤੋਂ ਬਾਅਦ ਮੈਦਾਨਾਂ ਦੇ ਵਿੱਚ ਠੰਡ ਹੋ ਗਈ ਹੈ ਤੇ ਪੂਰਾ ਹਫ਼ਤਾ ਇਸੇ ਤਰ੍ਹਾਂ ਰਹੇਗੀ। ਆਉਂਦੀ ਜਾਂਦੀ ਠੰਡ ਕਹਿੰਦੇ ਨੁਕਸਾਨ ਪਹੁੰਚਾ ਜਾਂਦੀ ਹੈ, ਆਉਂਦੀ ਜਾਂਦੀ ਠੰਡ ਸਰੀਰ ਨੂੰ ਮਾਰਦੀ ਹੈ। ਇਸ ਕਰਕੇ
ਧਿਆਨ ਜ਼ਰੂਰ ਸਾਰੇ ਰੱਖਣ। ਤੇ ਹੁਣ ਤੁਹਾਨੂੰ ਲੈ ਚੱਲਦੇ ਹਾਂ ਮੋਹਾਲੀ ਚੰਡੀਗੜ੍ਹ ਬਾਰਡਰ ਤੇ, ਜਿੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ। ਉੱਥੋਂ ਦੀ ਕੀ ਅਪਡੇਟ ਹੈ, ਇਹ ਜਾਣਕਾਰੀ ਤੁਹਾਨੂੰ ਸਾਰੀ ਦਿੰਨੇ ਆ। ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕਾਫੀ ਵੱਡੀਆਂ ਖਬਰਾਂ ਨੇ। ਵੱਡੀ ਗਿਣਤੀ ਦੇ ਵਿੱਚ ਲੋਕ ਬੈਠੇ ਹੋਏ ਨੇ। ਪਹਿਲੀ ਮੰਗ ਹੈ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਤੁਰੰਤ। ਦੂਸਰੀ ਮੰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਗੋਲੀ ਕਾਂਡ ਦਾ ਇਨਸਾਫ ਦਿੱਤਾ ਜਾਵੇ। ਤੀਸਰੀ ਮੰਗ ਹੈ 328 ਲਾਪਤਾ ਪਾਵਨ ਸਰੂਪਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਸੋ ਇਸ ਮੋਰਚੇ ਦੇ ਜਿਹੜੇ ਸਮਰਥਕ ਨੇ ਉਹ ਹੁਣ ਕੱਲੇ ਇਸ ਮੋਰਚੇ ਵਾਲੀ ਥਾਂ ਤੱਕ ਸੀਮਿਤ ਨਹੀਂ ਹਨ। ਸਮਰਥਨ ਹੈ ਜਿਹੜਾ ਉਹ ਪੰਜਾਬ ਹੀ ਨਹੀਂ, ਭਾਰਤ ਹੀ ਨਹੀਂ, ਬਾਹਰੋਂ ਵੀ ਆਉਣ ਲੱਗਿਆ ਹੈ। ਜਦੋਂ ਦਿੱਲੀ ਦੇ ਵਿੱਚ ਕਿਸਾਨੀ ਮੋਰਚਾ ਲੱਗਿਆ ਸੀ ਤਾਂ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਤੇ ਹੋਰ ਭਾਈਚਾਰਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬੀ ਗਾਇਕਾਂ ਕਲਾਕਾਰਾਂ ਨੇ ਵੀ ਮੋਰਚੇ ਨੂੰ ਆਪਣੀ ਹਮਾਇਤ ਦਿੱਤੀ ਸੀ। ਪਰ ਜਿਹੜਾ ਮੋਹਾਲੀ ਚੰਡੀਗੜ੍ਹ ਮੋਰਚਾ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਨੁੱਖੀ ਹੱਕਾਂ ਦੇ ਹੱਕ ਦੇ ਵਿੱਚ ਲੱਗਿਆ ਹੋਇਆ, ਉਸ ਦੇ ਵਿੱਚ ਕਲਾਕਾਰਾਂ ਦੀ ਸ਼ਮੂਲੀਅਤ ਕੋਈ ਬਹੁਤੀ ਨਹੀਂ ਦਿਖਾਈ ਦੇ ਰਹੀ। ਕੰਵਰ ਗਰੇਵਾਲ, ਹਰਫ ਚੀਮਾ ਤੇ ਬੱਬੂ ਮਾਨ ਸਮੇਤ ਇੱਕਾ ਦੁੱਕਾ ਗਾਇਕਾਂ ਤੋਂ ਇਲਾਵਾ ਹੋਰ ਕੋਈ ਗਾਇਕ ਜਾਂ ਕਲਾਕਾਰ ਇਸ ਮੋਰਚੇ ਵਿੱਚ ਨਹੀਂ ਪਹੁੰਚਿਆ, ਨਾ ਹੀ ਕੋਈ ਅਦਾਕਾਰ ਪਹੁੰਚਿਆ। ਤੇ ਹੁਣ ਮੋਰਚੇ ਦੇ ਨੌਜਵਾਨ ਜਿਹੜੇ ਆਗੂ ਨੇ ਉਹਨਾਂ ਨੇ ਖੁਦ ਗਾਇਕਾਂ ਕਲਾਕਾਰਾਂ ਦੇ ਘਰਾਂ ਦੇ ਮੂਹਰੇ ਜਾ ਕੇ ਵੰਗਾਰ ਪਾਈ ਹੈ। ਮੋਹਾਲੀ ਦੇ ਨੇੜੇ ਬਣੇ ਹੋਮਲੈਂਡ ਅਪਾਰਟਮੈਂਟ ਦੇ ਵਿੱਚ ਪੰਜਾਬੀ ਫਿਲਮ ਜਗਤ ਦੇ ਕਈ ਵੱਡੇ ਸਿਤਾਰੇ ਰਹਿੰਦੇ ਨੇ, ਕਈ ਗਾਇਕ ਵੀ ਰਹਿੰਦੇ ਨੇ ਤੇ ਨੌਜਵਾਨ ਵੱਡੀ ਗਿਣਤੀ ਵਿੱਚ ਰਾਤ ਨੂੰ ਇੱਥੇ ਪਹੁੰਚੇ ਤੇ ਮਾਈਕ ਰਾਹੀਂ ਉਹਨਾਂ ਨੇ ਗਾਇਕਾਂ ਨੂੰ ਵੰਗਾਰ ਪਾਈ ਤੇ ਕਿਹਾ ਕਿ ਜਿੰਨਾ ਪੰਜਾਬੀਆਂ ਕਰਕੇ, ਜਿੰਨਾ ਲੋਕਾਂ ਕਰਕੇ ਤੁਸੀਂ ਇਸ ਮੁਕਾਮ ਤੇ ਪਹੁੰਚੇ, ਉਹਨਾਂ ਦੇ ਨਾਲ ਕਦੋਂ ਖੜੇ ਹੋਵੋਗੇ। ਉਹਨਾਂ ਨੇ ਕਿਹਾ ਜਿੰਨੇ ਵੀ ਕਲਾਕਾਰ ਨੇ ਸਭ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਮੋਰਚੇ ਵਿੱਚ ਸ਼ਾਮਿਲ ਹੋਣ ਤੇ ਮਿਲ ਕੇ ਇਹ ਕੌਮੀ ਮੋਰਚਾ ਲੜਨਾ ਚਾਹੀਦਾ ਹੈ। ਸਵਾਲ ਵੀ ਪੁੱਛਿਆ ਕਿ ਕੀ ਅਸੀਂ ਸਿਰਫ ਗੀਤ ਹੀ ਗਾ ਸਕਦੇ ਹਾਂ ਜਾਂ ਫਿਰ ਕੌਮ ਦੇ ਲਈ ਲੜ ਵੀ ਸਕਦੇ ਹਾਂ। ਸੋ ਇਹ ਤਸਵੀਰਾਂ ਨੇ ਜਿਹੜੀਆਂ ਉਹ ਸੋਮਵਾਰ ਰਾਤ ਦੀਆਂ ਨੇ, ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਹਾਲਾਂਕਿ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਕੰਵਰ ਗਰੇਵਾਲ ਤੋਂ ਇਲਾਵਾ ਕਈ ਪੰਜਾਬੀ ਗਾਇਕ ਗਾਣੇ ਕੱਢ ਚੁੱਕੇ ਨੇ, ਪਰ ਇਹ ਨੌਜਵਾਨ ਚਾਹੁੰਦੇ ਨੇ ਕਿ ਮੋਰਚੇ ਵਿੱਚ ਆ ਕੇ ਹਮਾਇਤ ਵੀ ਕੀਤੀ ਜਾਵੇ। ਤੇ 8 ਫਰਵਰੀ ਦਾ ਦਿਨ ਬੁੱਧਵਾਰ ਤੁਹਾਨੂੰ ਯਾਦ ਹੀ ਹੋਣਾ, ਜਦੋਂ ਚੰਡੀਗੜ੍ਹ ਪੁਲਿਸ ਅਤੇ ਮੋਰਚੇ ਦੇ ਵਫਦ ਦੇ ਵਿਚਾਲੇ ਤਕਰਾਰ ਹੋਈ ਸੀ, ਹਿੰਸਾ ਹੋਈ ਸੀ। ਉਸ ਤੋਂ ਬਾਅਦ ਹੁਣ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ 2 ਵਕੀਲਾਂ ਨੂੰ ਵੀ ਪੁਲਿਸ ਨੇ ਨਾਮਜ਼ਦ ਕੀਤਾ। ਇਸ ਦੇ ਵਿਰੋਧ ਵਿੱਚ ਪੂਰਾ ਵਕੀਲ ਭਾਈਚਾਰਾ ਇਕਜੁੱਟ ਹੋ ਗਿਆ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਦੂਜੇ ਦਿਨ ਵੀ ਮੰਗਲਵਾਰ ਨੂੰ ਸਾਰਾ ਕੰਮਕਾਜ ਠੱਪ ਰਿਹਾ। ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ ਦੇ ਲਗਭਗ ਸਾਰੇ ਕੋਰਟਾਂ ਦੇ ਵਿੱਚ ਵੀ ਕੰਮਕਾਜ ਨਹੀਂ ਹੋ ਸਕਿਆ। ਚੰਡੀਗੜ੍ਹ ਪੁਲਿਸ ਨੇ ਐਡਵੋਕੇਟ ਅਮਰ ਸਿੰਘ ਚਾਲ ਅਤੇ ਦਿਲਸ਼ੇਰ ਸਿੰਘ ਜੰਡਿਆਲਾ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਹੈ, ਜਿਸ ਖਿਲਾਫ ਵਕੀਲ ਭਾਈਚਾਰਾ ਨਿਤਰਿਆ ਹੋਇਆ ਹੈ। ਤੇ ਇੱਕ ਦਿਨ ਪਹਿਲਾਂ ਪੁਲਿਸ ਨੇ 10 ਹੋਰ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਸਕੈਚ ਜਾਰੀ ਕੀਤੇ ਨੇ। ਕੁੱਲ 20 ਸਕੈਚ ਜਾਰੀ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ 7 ਜਣਿਆਂ ਦੀ ਪਛਾਣ ਹੋਈ ਹੈ, ਬਾਕੀਆਂ ਤੇ ਪੁਲਿਸ ਨੇ ਨਾਮ ਐਲਾਨਿਆ ਹੋਇਆ। ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਿਛਲੇ ਦਿਨੀ ਪੈਰੋਲ ਤੇ ਰਿਹਾ ਹੋ ਕੇ ਘਰ ਪਹੁੰਚੇ ਭਾਈ ਗੁਰਦੀਪ ਸਿੰਘ ਖੇੜਾ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਸਿਹਤ ਦਾ ਹਾਲ ਚਾਲ ਜਾਣਿਆ। ਪੰਥਕ ਵਿਚਾਰਾਂ ਦੇ ਨਾਲ-ਨਾਲ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਚੱਲ ਰਹੇ ਸੰਘਰਸ਼ ਤੇ ਵੀ ਵਿਚਾਰਾਂ ਕੀਤੀਆਂ। ਭਾਈ ਖੇੜਾ ਨੇ ਵੀ ਕਹਿੰਦੇ ਐਸਜੀਪੀਸੀ ਵੱਲੋਂ ਉਲੀਕੇ ਗਏ ਕਾਰਜਾਂ ਤੇ ਤਸੱਲੀ ਪ੍ਰਗਟਾਈ। ਜਿਹੜੇ ਗੁਰਦੀਪ ਸਿੰਘ ਖੇੜਾ ਨੇ ਉਹਨਾਂ ਨੂੰ ਪੈਰੋਲ ਮਿਲੀ ਹੈ, 2 ਮਹੀਨੇ ਦੀ ਪੈਰੋਲ ਤੇ ਉਹ ਬਾਹਰ ਆਏ ਨੇ, ਫਿਰ ਉਹਨਾਂ ਨੂੰ ਜੇਲ੍ਹ ਵਿੱਚ ਜਾਣਾ ਪਵੇਗਾ, ਪੱਕੀ ਰਿਹਾਈ ਨਹੀਂ ਹੋ ਸਕੀ ਹੈ। ਮੋਹਾਲੀ ਅਦਾਲਤ ਦੇ ਵਿੱਚ ਪੁਲਿਸ ਨੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਇੱਕ ਡਿਸਚਾਰਜ ਐਪਲੀਕੇਸ਼ਨ ਦਾ ਵਿਰੋਧ ਕੀਤਾ ਹੈ। ਲਗਭਗ 18 ਸਾਲ ਪੁਰਾਣੇ ਇੱਕ ਅਪਰਾਧਿਕ ਕੇਸ ਦੇ ਵਿੱਚ ਸੁਣਵਾਈ ਦੌਰਾਨ ਮੋਹਾਲੀ ਪੁਲਿਸ ਨੇ ਹਵਾਰਾ ਦੀ ਐਪਲੀਕੇਸ਼ਨ ਦਾ ਵਿਰੋਧ ਕੀਤਾ ਹੈ। ਇਹ ਜਿਹੜੀ ਐਪਲੀਕੇਸ਼ਨ ਹੈ 2 ਅਗਸਤ 2021 ਦੇ ਵਿੱਚ ਉਹਨਾਂ ਦੇ ਵਕੀਲ ਯਾਨੀ ਕਿ ਹਵਾਰਾ ਦੇ ਵਕੀਲ ਵੱਲੋਂ ਦਾਇਰ ਕੀਤੀ ਗਈ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਹਵਾਰਾ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਦਹਾਕਿਆਂ ਤੋਂ ਕੈਦ ਨੇ। ਦੂਸਰੇ ਪਾਸੇ ਜਗਤਾਰ ਸਿੰਘ ਹਵਾਰਾ ਦੇ ਖਿਲਾਫ ਚੰਡੀਗੜ੍ਹ ਅਦਾਲਤ ਦੇ ਵਿੱਚ ਵੀ ਅਪਰਾਧਿਕ ਮਾਮਲੇ ਚੱਲ ਰਹੇ ਨੇ। ਹਵਾਰਾ ਦੇ ਵਕੀਲਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਵਿੱਚ ਹਵਾਰਾ ਦੇ ਖਿਲਾਫ ਜਿੰਨੇ ਵੀ ਕੇਸ ਸਨ ਉਹ ਸਾਰੇ ਖਾਰਜ ਹੋ ਚੁੱਕੇ ਨੇ। ਹੁਣ ਕੇਸ ਪੰਜਾਬ 'ਚ ਨੇ, ਚੰਡੀਗੜ੍ਹ 'ਚ ਨੇ, ਤਾਂ ਫਿਰ ਉਹਨਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ 'ਚ ਰੱਖਣ ਦਾ ਕੋਈ ਤੁੱਕ ਨਹੀਂ ਬਣਦਾ। ਇਸ ਤੋਂ ਪਹਿਲਾਂ ਹਵਾਰਾ ਨੂੰ ਲੰਘੇ ਸਾਲ ਦੇ ਦਸੰਬਰ ਮਹੀਨੇ ਵੀ ਚੰਡੀਗੜ੍ਹ ਕੋਰਟ 'ਚ ਪੇਸ਼ ਕੀਤਾ ਜਾਣਾ ਸੀ, ਪਰ ਦਿੱਲੀ ਪੁਲਿਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਹਵਾਰਾ ਦੀ ਫਿਜ਼ੀਕਲ ਪੇਸ਼ੀ ਤੋਂ ਮਨਾ ਕਰ ਦਿੱਤਾ ਸੀ। ਚੰਡੀਗੜ੍ਹ ਦੇ ਵਿੱਚ ਸਾਲ 2005 ਦੇ ਵਿੱਚ ਦਰਜ ਇੱਕ ਕੇਸ ਵਿੱਚ ਐਡੀਸ਼ਨਲ ਜੱਜ ਨੇ ਹਵਾਰਾ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਬੰਦੀ ਸਿੰਘਾਂ ਦੀ ਰਿਹਾਈ ਦੇ ਪੱਖ ਦੇ ਮੁੱਦੇ ਦੇ ਨਾਲ ਮੰਗਲਵਾਰ ਨੂੰ ਭਾਰਤ ਦੇ ਵਿੱਚ ਖਾਲਿਸਤਾਨ ਦਾ ਮੁੱਦਾ ਵੀ ਗੂੰਜਿਆ ਤੇ ਇਸ ਤੇ ਬਿਆਨ ਦਿੱਤਾ ਹੈ ਦੇਸ਼ ਦੇ ਇੱਕ ਜ਼ਿੰਮੇਦਾਰ ਲੀਡਰ
ਲੀਡਰ ਯਾਨੀ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਬਹਾਲ ਕੀਤਾ ਜਾਵੇਗਾ। ਚੋਣਾਂ ਦੇ ਸਮੇਂ ਬਾਰੇ ਫੈਸਲਾ ਚੋਣ ਕਮਿਸ਼ਨ ਵੱਲੋਂ ਲਿਆ ਜਾਵੇਗਾ। ਖਾਸ ਇੰਟਰਵਿਊ ਦੇ ਰਹੇ ਸਨ ਅਮਿਤ ਸ਼ਾਹ। ਉਹਨਾਂ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਦੇ ਹਾਲਾਤਾਂ ਵਿੱਚ ਸੁਧਾਰ ਹੋਇਆ, ਅੱਤਵਾਦ ਨਾਲ ਸੰਬੰਧਿਤ ਅੰਕੜੇ ਤੇ ਸਭ ਤੋਂ ਘੱਟ ਨੇ ਅਤੇ ਕਹਿੰਦੇ ਸਰਕਾਰ ਨੇ ਅੱਤਵਾਦ ਵਿਰੋਧੀ ਗਤੀਵਿਧੀਆਂ ਤੇ ਨਜ਼ਰ ਰੱਖੀ ਹੋਈ ਹੈ। ਮਾਫ ਕਰਨਾ ਇਹ ਕਹਿੰਦੇ ਸਰਕਾਰ ਨੇ ਖਾਲਿਸਤਾਨ ਦੇ ਹਮਦਰਦਾਂ ਦੀਆਂ ਗਤੀਵਿਧੀਆਂ ਤੇ ਨੇੜਿਓਂ ਨਜ਼ਰ ਰੱਖੀ ਹੋਈ ਹੈ। ਇਸ ਮੁੱਦੇ ਤੇ ਕਹਿੰਦੇ ਪੰਜਾਬ ਸਰਕਾਰ ਦੇ ਨਾਲ ਸਾਡੀ ਚਰਚਾ ਵੀ ਹੋਈ ਹੈ। ਵੱਖ-ਵੱਖ ਏਜੰਸੀਆਂ ਦੇ ਵਿਚਾਲੇ ਚੰਗਾ ਤਾਲਮੇਲ ਹੈ। ਕਹਿੰਦੇ ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਖਾਲਿਸਤਾਨ ਦੇ ਹਮਾਇਤੀਆਂ ਤੇ ਖਾਲਿਸਤਾਨ ਦੀ ਮੰਗ ਨੂੰ ਵਧਣ ਫੁੱਲਣ ਨਹੀਂ ਦੇਵਾਂਗੇ। ਅਮਿਤ ਸ਼ਾਹ ਦਾ ਇਹ ਬਿਆਨ ਪੰਜਾਬ ਦੇ ਵਿੱਚ ਉਸ ਵਕਤ ਆਇਆ ਹੈ ਜਦੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅੰਮ੍ਰਿਤਪਾਲ ਸਿੰਘ ਕਾਫੀ ਚੜ੍ਹਤ ਦੇ ਵਿੱਚ ਨੇ। ਸੰਗਤਾਂ ਦੇ ਕਾਫੀ ਸਮਰਥਨ ਦੇ ਨਾਲ ਉਹ ਧਰਮ ਪ੍ਰਚਾਰ ਕਰ ਰਹੇ ਨੇ ਤੇ ਅਮਿਤ ਸ਼ਾਹ ਦੇ ਖਾਲਿਸਤਾਨ ਬਾਰੇ ਦਿੱਤੇ ਬਿਆਨ ਤੇ ਕੌਮੀ ਇਨਸਾਫ ਮੋਰਚੇ ਦੇ ਆਗੂ ਵੀ ਬੋਲੇ ਨੇ। ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਪੁੱਛਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਖਾਲਿਸਤਾਨ ਸ਼ਬਦ ਕੋਈ ਮਾੜਾ ਨਹੀਂ ਹੈ, ਨਾ ਹੀ ਬਿਨਾਂ ਹਿੰਸਾ ਦੇ ਖਾਲਿਸਤਾਨ ਦੀ ਮੰਗ ਕਰਨਾ ਮਾੜੀ ਗੱਲ ਹੈ। ਇਹ ਕਹਿੰਦੇ ਵੈਸੇ ਇਸ ਬਿਆਨ ਦਾ ਕੌਮੀ ਇਨਸਾਫ ਮੋਰਚੇ ਦੇ ਨਾਲ ਕੋਈ ਲਿੰਕ ਨਹੀਂ ਬਣਦਾ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ। ਇਸ ਮੁੱਦੇ ਤੇ ਕਾਂਗਰਸ ਦੇ ਲੁਧਿਆਣਾ ਤੋਂ ਐਮਪੀ ਰਵਨੀਤ ਬਿੱਟੂ ਨੇ ਕਿਹਾ ਕਿ ਕੋਈ ਵੀ ਸਰਕਾਰ ਭਾਵੇਂ ਹੋਵੇ ਉਹ ਆਪਣੇ ਮੁਲਕ ਨੂੰ ਜੋੜਨ ਦੀ ਗੱਲ ਹੀ ਕਰੂਗੀ। ਖਾਲਿਸਤਾਨ ਮੰਗਣ ਵਾਲੇ ਤਾਂ ਭਾਰਤ ਨੂੰ ਤੋੜਨ ਦੀ ਗੱਲ ਕਰ ਰਹੇ ਨੇ, ਉਹ ਵੱਖਰਾ ਰਾਜ ਚਾਹੁੰਦੇ ਨੇ। ਜਦੋਂ ਕਹਿੰਦੇ ਖਾਲਿਸਤਾਨ ਦੀ ਗੱਲ ਪਹਿਲਾਂ ਚੱਲੀ ਸੀ, ਲਹਿਰ ਚੱਲੀ ਸੀ, ਉਦੋਂ ਘਰਾਂ ਦੇ ਘਰ ਤਬਾਹ ਹੋ ਗਏ ਸੀ। ਨੌਜਵਾਨ ਬੰਦੂਕਾਂ ਹੱਥਾਂ ਵਿੱਚ ਚੁੱਕ ਕੇ ਬਾਗੀ ਹੋ ਗਏ ਸਨ ਅਤੇ ਫਿਰ ਮਾਵਾਂ ਤੋਂ ਪੁੱਤ ਸਦਾ ਖੋਲੇ ਗਏ ਸਨ। ਕਹਿੰਦੇ ਜਿਹੜੇ ਮੋਹਾਲੀ ਦੇ ਵਿੱਚ ਮੋਰਚਾ ਲਾ ਕੇ ਬੈਠੇ ਨੇ ਇਹ ਤਾਂ ਉਦੋਂ ਜੰਮੇ ਵੀ ਨਹੀਂ ਸੀ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਇੱਕ ਜਿਹੜੇ ਨੌਜਵਾਨ ਲੀਡਰ ਪੱਪਲਪ੍ਰੀਤ ਸਿੰਘ, ਉਹਨਾਂ ਨੇ ਕਿਹਾ ਕਿ ਸਾਡੀ ਖਾਲਿਸਤਾਨ ਦੇ ਉਦੇਸ਼ ਉੱਤੇ ਗੰਭੀਰਤਾ ਨਾਲ ਪਹੁੰਚ ਬਣੀ ਹੋਈ ਹੈ। ਸਾਨੂੰ ਅਮਿਤ ਸ਼ਾਹ ਦੇ ਬਿਆਨ ਨਾਲ ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਜਿਵੇਂ ਸਾਨੂੰ ਸਾਹ ਲੈਣ ਦੀ ਆਜ਼ਾਦੀ ਹੈ ਉਸੇ ਤਰ੍ਹਾਂ ਸਾਨੂੰ ਆਪਣਾ ਰਾਜ ਲੈਣ ਦੀ ਵੀ ਆਜ਼ਾਦੀ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਧਰਤੀ ਦੇ ਉੱਤੇ ਖਾਲਿਸਤਾਨ ਜ਼ਰੂਰ ਬਣੇਗਾ। ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਇਸ ਮੁੱਦੇ ਤੇ ਕਿਹਾ ਕਿ ਖਾਲਿਸਤਾਨ ਦੀ ਮੰਗ ਨੇ ਸਿੱਖ ਨੌਜਵਾਨਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਇਸ ਵਿਚਾਰਧਾਰਾ ਕਰਕੇ ਨੌਜਵਾਨੀ ਦਾ ਘਾਣ ਹੋਇਆ ਹੈ। ਜੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ ਤਾਂ ਫਿਰ ਮੁਸਲਮਾਨ, ਹਿੰਦੂ, ਕ੍ਰਿਸਚੀਅਨ ਕੈਦੀ ਰਿਹਾ ਕਰਨ ਦੀ ਵੀ ਮੰਗ ਕਰਨ। ਇਹਨਾਂ ਦਾ ਇਲਾਜ ਪੰਜਾਬ ਦੀ ਜਨਤਾ ਨੇ ਕਹਿੰਦੇ ਆਪੇ ਹੀ ਕਰ ਦੇਣਾ ਹੈ ਤੇ ਇਹ ਵੀ ਦਾਅਵਾ ਕੀਤਾ ਕਿ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੇ ਜੀਵਨ 'ਚ ਕਦੇ ਵੀ ਖਾਲਿਸਤਾਨ ਦੀ ਮੰਗ ਜਾਂ ਗੱਲ ਨਹੀਂ ਕੀਤੀ ਸੀ। ਉਧਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅੰਮ੍ਰਿਤਪਾਲ ਸਿੰਘ ਨੇ ਰੀਨਾ ਰਾਏ ਦੇ ਵੱਲੋਂ ਦੀਪ ਸਿੱਧੂ ਦੇ ਐਕਸੀਡੈਂਟ ਬਾਰੇ ਦਿੱਤੇ ਗਏ ਬਿਆਨ ਨੂੰ ਠੁਕਰਾਇਆ। ਅੰਮ੍ਰਿਤਪਾਲ ਨੇ ਕਿਹਾ ਕਿ ਐਕਸੀਡੈਂਟ ਦਾ ਰੂਪ ਦੇ ਕੇ ਦੀਪ ਸਿੱਧੂ ਨੂੰ ਸ਼ਹੀਦ ਕੀਤਾ ਗਿਆ ਸੀ, ਜਾਣਬੁੱਝ ਕੇ ਮਾਰਿਆ ਗਿਆ ਸੀ। 19 ਫਰਵਰੀ ਨੂੰ ਇਹਨਾਂ ਦੇ ਵੱਲੋਂ ਮੋਗਾ ਦੇ ਪਿੰਡ ਬੁੱਧ ਸਿੰਘ ਵਾਲਾ ਵਿਖੇ ਦੀਪ ਸਿੱਧੂ ਦਾ ਬਰਸੀ ਸਮਾਗਮ ਰੱਖਿਆ ਗਿਆ ਤੇ 19 ਫਰਵਰੀ ਨੂੰ ਰੱਖਣ ਦਾ ਕਾਰਨ ਵੀ ਦੱਸਿਆ ਕਿ 15 ਫਰਵਰੀ ਨੂੰ ਦੀਪ ਸਿੱਧੂ ਦੇ ਪਰਿਵਾਰ ਦਾ ਸਮਾਗਮ ਹੈ, ਉਸ ਦੇ ਸਮਾਨਾਂਤਰ ਸਮਾਗਮ ਰੱਖਣਾ ਕਹਿੰਦੇ ਅਸੀਂ ਠੀਕ ਨਹੀਂ ਸਮਝਿਆ। ਦਰਅਸਲ ਦੀਪ ਸਿੱਧੂ ਦੀ ਇੱਕ ਜਾਨਲੇਵਾ ਸੜਕ ਹਾਦਸੇ ਦੇ ਵਿੱਚ ਲੰਘੇ ਸਾਲ 15 ਫਰਵਰੀ ਨੂੰ ਮੌਤ ਹੋ ਗਈ ਸੀ ਤੇ ਹੁਣ ਉਹਨਾਂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਬੀਤੇ ਸਾਲ 15 ਫਰਵਰੀ 2022 ਦੇ ਵਿੱਚ ਸ਼ਹੀਦ ਭਾਈ ਸੰਦੀਪ ਸਿੰਘ ਉਰਫ ਦੀਪ ਸਿੱਧੂ ਜਿਹੜੇ ਆ ਉਹ ਕੌਮ ਤੋਂ ਵਿਛੜ ਗਏ, ਸ਼ਹੀਦੀ ਪਾ ਗਏ। ਹਿੰਦੁਸਤਾਨ ਦੀ ਹਕੂਮਤ ਨੇ ਬੜੇ ਧੋਖੇ ਨਾਲ ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਜਿਹਨੂੰ ਇੱਕ ਐਕਸੀਡੈਂਟ ਦੀ ਸ਼ਕਲ ਜਿਹੜੀ ਦਿੱਤੀ ਗਈ ਬਾਅਦ ਚੋਂ। ਉਹ 19 ਫਰਵਰੀ ਨੂੰ ਪਿੰਡ ਬੁੱਧ ਸਿੰਘ ਵਾਲੇ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਉਹਨਾਂ ਦੇ ਨਗਰ ਵਿਖੇ ਇੱਕ ਜਿਹੜਾ ਗੇਟ ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਦੀ ਯਾਦ ਦੇ ਵਿੱਚ ਬਣਿਆ ਹੈ, ਸ਼ਹੀਦੀ ਗੇਟ ਉਹਨਾਂ ਦਾ ਸਥਾਪਿਤ ਕੀਤਾ ਗਿਆ। ਉਹਦਾ ਉਦਘਾਟਨ ਵੀ ਹੈ ਤੇ ਪਹਿਲੀ ਬਰਸੀ ਵੀ ਜਥੇਬੰਦੀ ਵੱਲੋਂ ਉੱਥੇ ਮਨਾਈ ਜਾਊਗੀ। ਤੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਪਹੁੰਚੋ, ਉਹਨਾਂ ਦੇ ਸੁਪਨੇ ਨੂੰ ਸਾਕਾਰ ਕਰੀਏ। ਉਹਨਾਂ ਨੇ ਜਿਹੜਾ ਸੁਪਨਾ ਵੇਖਿਆ ਕੌਮ ਦੀ ਆਜ਼ਾਦੀ ਦਾ, ਕੌਮ ਨੂੰ ਅੰਮ੍ਰਿਤਧਾਰੀ ਹੋਣ ਦਾ, ਉਹ ਸਾਰਾ ਉਹ ਪ੍ਰਵਾਨ ਹੋਵੇ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਕਹਿ ਲਈਏ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਰਮਿਆਨ ਸ਼ਬਦੀ ਜੰਗ ਫਿਰ ਤੋਂ ਤੇਜ਼ ਹੋ ਗਈ ਹੈ ਤੇ ਜਨਤਕ ਤੌਰ ਤੇ ਦੋਵੇਂ ਇੱਕ ਦੂਸਰੇ ਦੇ ਨਾਲ ਲੜਦੇ ਦਿਖਾਈ ਦੇ ਰਹੇ ਨੇ। ਬਨਵਾਰੀ ਲਾਲ ਪੁਰੋਹਿਤ ਦੇ ਵੱਲੋਂ ਸੋਮਵਾਰ ਨੂੰ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਸਵਾਲ ਚੁੱਕਦੇ ਹੋਏ ਬੀਜੇਪੀ ਤੇ ਰਾਜਪਾਲ ਨੂੰ ਸਵਾਲ ਕੀਤਾ ਹੈ ਕਿ ਦੇਸ਼ ਦੇ ਜਿਨ੍ਹਾਂ ਸੂਬਿਆਂ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਹੈ ਉੱਥੇ ਹੀ ਸਰਕਾਰ ਦੇ ਕੰਮਾਂ ਦੇ ਵਿੱਚ ਰਾਜਪਾਲ ਦੀ ਦਖਲ ਅੰਦਾਜ਼ੀ ਕਿਉਂ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਦੌਰਾਨ ਰਾਜਪਾਲ ਦੇ ਇਤਰਾਜ਼ਾਂ ਤੇ ਉਲਟਾ ਸਵਾਲ ਚੁੱਕਦੇ ਹੋਏ ਪੁੱਛਿਆ ਕਿ ਪੰਜਾਬ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਜੇ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਮਿਲ ਰਹੀ ਹੈ ਤਾਂ ਇਹਦੇ ਵਿੱਚ ਗਲਤ ਕੀ ਹੈ। ਪੰਜਾਬ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਟ੍ਰੇਨਿੰਗ ਦੇ ਲਈ ਭੇਜਣਾ ਕਿਸੇ ਵੀ ਤਰ੍ਹਾਂ ਨਾਲ ਗਲਤ ਨਹੀਂ ਹੈ, ਗੈਰ ਸੰਵਿਧਾਨਿਕ ਨਹੀਂ ਹੈ। No function which is required to discharge either in his discretion or
in his individual judgment according to the principle of constitution, ਇਹ ਗੱਲ ਨੋਟ ਕਰਨ ਵਾਲੀ ਆ, ਅੰਬੇਡਕਰ ਸਾਹਿਬ ਇਹ ਗੱਲ ਕਹਿ ਰਹੇ ਆ, according to the principle of the constitution he is required to follow the advice of council of ministers। ਇਹ ਡੈਮੋਕ੍ਰੇਸੀ ਆ, ਇਹ ਪ੍ਰਜਾਤੰਤਰ ਹੈ। ਇੱਕ ਬੜਾ ਵੱਡਾ ਸਵਾਲ ਹੈ ਮੇਰਾ ਬੀਜੇਪੀ ਨੂੰ ਔਰ ਗਵਰਨਰ ਸਾਹਿਬ ਨੂੰ, ਜਿੱਥੇ ਨੌਨ ਬੀਜੇਪੀ ਸਰਕਾਰ ਹੈ, ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਪੰਜਾਬ ਨੂੰ ਛੱਡ ਦਿਓ ਤੁਸੀਂ, ਇਹ ਕਹਿੰਦੇ ਦਿੱਲੀ ਨੂੰ ਵੀ ਮੈਂ ਛੱਡਿਆ, ਸਾਡੀ ਆਮ ਆਦਮੀ ਪਾਰਟੀ ਦੀ ਦਿੱਲੀ ਔਰ ਪੰਜਾਬ ਸਰਕਾਰ ਹੈ ਨਾ, ਵੈਸਟ ਬੰਗਾਲ ਕਿਹੜੀ ਸਾਡੀ ਸਰਕਾਰ ਹੈ, ਕੇਰਲਾ ਕਿਹੜੀ ਸਾਡੀ ਸਰਕਾਰ ਹੈ, ਤਾਮਿਲਨਾਡੂ ਕਿਹੜੀ ਸਾਡੀ ਸਰਕਾਰ ਹੈ, ਔਰ ਮਹਾਰਾਸ਼ਟਰ ਚ ਜਿਹੜੇ ਗਵਰਨਰ ਹੁਣ ਹਟਾਏ ਗਏ ਆ, ਉੱਥੇ ਸਰਕਾਰ ਨੇ ਖੁਸ਼ੀ ਮਨਾਈ ਹੈ। ਇਹ ਵੱਡਾ ਸਵਾਲ ਹੈ ਤੁਹਾਡੇ ਰਾਹੀਂ ਭਾਜਪਾ ਨੂੰ ਔਰ ਗਵਰਨਰ ਸਾਹਿਬ ਨੂੰ ਮੇਰਾ, ਕਿ ਜਿੱਥੇ ਨੌਨ ਬੀਜੇਪੀ ਗਵਰਨਮੈਂਟਸ ਹੈ ਉੱਥੇ ਹੀ ਗਵਰਨਰ ਇਸ ਤਰ੍ਹਾਂ ਦੀ ਇੰਟਰਫੇਅਰ ਕਿਉਂ ਕਰ ਰਿਹਾ? ਐਂਡ ਡੇ ਟੂ ਡੇ ਅਫੇਅਰਸ, ਕੀ ਪੰਜਾਬ ਦੇ ਬੱਚਿਆਂ ਨੂੰ, ਕੀ ਪੰਜਾਬ ਦੇ ਨੌਜਵਾਨਾਂ ਨੂੰ ਦੁਨੀਆ ਤੇ ਇਸ ਤਰ੍ਹਾਂ ਦੀ ਐਜੂਕੇਸ਼ਨ ਦੀ ਜ਼ਰੂਰਤ ਨਹੀਂ ਹੈ? ਕੀ ਗੁਨਾਹ ਕੀਤਾ ਮੁੱਖ ਮੰਤਰੀ ਜੀ ਨੇ? ਜੇ ਅੱਜ ਸਿੰਗਾਪੁਰ ਦੁਨੀਆ 'ਚ ਮੰਨਿਆ ਪ੍ਰਮੰਨਿਆ ਸਟੱਡੀ ਦਾ ਹੱਬ ਹੈ, ਵਰਲਡ ਸਤਰ ਦੀ ਐਜੂਕੇਸ਼ਨ ਉੱਥੇ ਪੜ੍ਹਾਈ ਜਾਂਦੀ, ਦਿੱਤੀ ਜਾਂਦੀ ਆ, ਜੇ ਪੰਜਾਬ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ, ਪੰਜਾਬ ਦੇ ਟੀਚਰ ਸਾਹਿਬਾਨਾਂ ਨੂੰ, ਪੰਜਾਬ ਦੇ ਬੱਚਿਆਂ ਦਾ ਸਿੱਖਿਆ ਦਾ ਪੱਧਰ ਦੁਨੀਆ ਦੇ ਸਤਰ ਤੇ ਲਿਜਾਣ ਵਾਸਤੇ ਜੇ ਟ੍ਰੇਨਿੰਗ ਪ੍ਰੋਗਰਾਮ ਪੰਜਾਬ ਸਰਕਾਰ ਨੇ ਕੀਤਾ ਆ, ਤੇ ਇਹ 'ਚ ਕਿਹੜਾ ਗੁਨਾਹ ਕੀਤਾ? ਕੀ ਅਨਕਨਸਟੀਟਿਊਸ਼ਨਲ ਹੈ? ਕੀ ਅਸੰਵਿਧਾਨਿਕ ਹੈ? ਕੰਗ ਨੇ ਸਵਾਲ ਚੁੱਕਿਆ ਕਿ ਕਿਹੜੇ ਸੂਬੇ ਦਾ ਰਾਜਪਾਲ ਇਸ ਤਰ੍ਹਾਂ ਨਾਲ ਸਰਕਾਰ ਦੇ ਕੰਮਾਂ ਦੇ ਵਿੱਚ ਆਖਿਰਕਾਰ ਦਖਲ ਦਿੰਦਾ ਹੈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਤੇ ਰਾਜਪਾਲ ਸਾਹਿਬ ਨੂੰ ਇਤਰਾਜ਼ ਕਿਉਂ ਹੈ? ਇਸ ਮਾਮਲੇ ਦੇ ਵਿੱਚ ਕਹਿੰਦੇ ਰਾਜਪਾਲ ਨੂੰ ਪੰਜਾਬ ਦੇ ਲੋਕਾਂ ਪ੍ਰਤੀ ਜਵਾਬਦੇਹ ਹੋਣਾ ਪਵੇਗਾ। ਆਖਿਰਕਾਰ ਰਾਜਪਾਲ ਨੂੰ ਇਤਰਾਜ਼ ਕਿਉਂ ਹੈ? ਜੇ ਰਾਜਪਾਲ ਨੇ ਇਸੇ ਤਰ੍ਹਾਂ ਰਾਜਨੀਤੀ ਕਰਨੀ ਹੈ ਤਾਂ ਸਿੱਧਾ ਉਹਨਾਂ ਨੂੰ ਸਿਆਸਤ ਦੇ ਵਿੱਚ ਆ ਜਾਣਾ ਚਾਹੀਦਾ। ਇਸ ਤਰ੍ਹਾਂ ਪਰਦੇ ਪਿੱਛੋਂ ਬੇਲੋੜਾ ਦਖਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਕੁਲਦੀਪ ਚਾਹਲ ਐਸਐਸਪੀ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਨਿਯੁਕਤ ਕੀਤੇ ਜਾਣ ਤੇ ਵੀ ਕੰਗ ਨੇ ਸਪਸ਼ਟੀਕਰਨ ਦਿੱਤਾ। ਔਰ ਇਹ ਕੀ ਅੱਜ ਤੱਕ ਕਿਹੜੇ ਸਟੇਟ 'ਚ ਇਸ ਤਰੀਕੇ ਨਾਲ ਇੰਟਰਫੇਅਰ ਕੀਤਾ? ਗਵਰਨਰ ਨੇ ਮੈਨੂੰ ਐਗਜ਼ਾਮਪਲ ਦੱਸ ਦੇਣ, ਪੰਜਾਬ 'ਚ ਕਦੋਂ ਇਸ ਤਰੀਕੇ ਨਾਲ ਡੇ ਟੂ ਡੇ ਅਫੇਅਰ 'ਚ ਸਰਕਾਰ ਦੇ ਗਵਰਨਰ ਜਿਹੜਾ ਹੈ ਉਹ ਇੰਟਰਫੇਅਰ ਕਰਦਾ? ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਇੱਕ ਆਟੋਨਮੀ ਹੈ, ਆਟੋਨੋਮਸ ਬਾਡੀ ਹੈ। ਉਸ ਆਟੋਨੋਮੀ ਬਾਡੀ ਨੇ ਇੱਕ ਉੱਗੇ ਸਾਇੰਟਿਸਟ ਨੂੰ ਜੇ ਵਾਈਸ ਚਾਂਸਲਰ ਲਾਤਾ ਤੇ ਗਵਰਨਰ ਸਾਹਿਬ ਨੂੰ ਕਾਹਦੀ ਤਕਲੀਫ ਹੋਈ? ਕੀ ਗਵਰਨਰ ਸਾਹਿਬ ਜਵਾਬਦੇਹ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ? ਜੇ ਗਵਰਨਰ ਸਾਹਿਬ ਨੇ ਰਾਜਨੀਤੀ ਕਰਨੀ ਹੈ, ਮੈਂ ਬੜਾ ਸਪਸ਼ਟ ਕਹਿਣਾ ਹੈ, ਗਵਰਨਰ ਸਾਹਿਬ ਇਲੈਕਟੋਰਲ ਪੋਲਿਟਿਕਸ ਚ ਆ ਜਾਓ। ਇਹ ਬਿਹਾਈਂਡ ਦਾ ਕਰਟਨ ਇਸ ਤਰੀਕੇ ਨਾਲ ਅਸੀਂ ਜਰਾਂਗੇ ਨਹੀਂ। ਤੇ ਮੁੱਖ ਮੰਤਰੀ ਮਾਨ ਦੇ ਵੱਲੋਂ ਟਵੀਟ ਕਰਕੇ ਰਾਜਪਾਲ ਨੂੰ ਜਨਤਕ ਤੌਰ ਤੇ ਜਵਾਬ ਦੇਣ ਤੇ ਇਤਰਾਜ਼, ਰਾਜਪਾਲ ਦੇ ਵੱਲੋਂ ਇਤਰਾਜ਼ ਕੀਤੇ ਜਾਣ ਤੇ ਕੰਗ ਨੇ ਕਿਹਾ ਕਿ ਰਾਜਪਾਲ ਨੇ ਪਹਿਲਾਂ ਖੁਦ ਵੀ ਮੀਡੀਆ ਨੂੰ ਚਿੱਠੀ ਜਨਤਕ ਕਿਉਂ ਕੀਤੀ ਸੀ ਕਿ ਉਹ ਸਿੱਧੇ ਤੌਰ ਤੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਨਹੀਂ ਕਰ ਸਕਦੇ ਸੀ। ਕੰਗ ਨੇ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੁਲਕ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਨੇ ਤੇ ਉਹ ਸੰਵਿਧਾਨ ਦੀ ਕਦਰ ਕਰਨਾ ਵੀ ਜਾਣਦੇ ਨੇ। ਜੇ ਗਵਰਨਰਾਂ ਨੇ ਹੀ ਦੇਸ਼ ਚਲਾਉਣਾ ਸੀ ਤਾਂ ਇਹਨੂੰ ਆਜ਼ਾਦ ਕਰਵਾਉਣ ਦੀ ਲੋੜ ਹੀ ਕੀ ਸੀ? ਫਿਰ ਤਾਂ ਸੈਂਟਰ ਦੇ ਥੱਲੇ ਚੱਲਦਾ ਰਹਿੰਦਾ। ਔਰ ਇਹ ਕਹਿ ਰਹੇ ਜੀ ਆਖਿਰ ਸੀਐਮ ਸਾਹਿਬ ਨੇ ਟਵੀਟ ਕਰਕੇ ਆਨਸਰ ਦਿੱਤਾ ਹੈ, ਸਵਾਲਾਂ ਦਾ ਜਵਾਬ ਦਿੱਤਾ ਹੈ, ਤੇ ਗਵਰਨਰ ਸਾਹਿਬ ਨੇ ਜਿਹੜਾ ਮੀਡੀਆ ਚਿੱਠੀ ਭੇਜ ਕੇ ਇਹ ਕਿਹੜੀ ਪੱਧਤੀ ਅਪਣਾਈ ਹੈ? ਦੱਸੋ, ਇਹ ਕਿਹੜੀ ਰੀਤ ਅਪਣਾਈ ਹੈ ਗਵਰਨਰ ਸਾਹਿਬ ਨੇ? ਕਿ ਗਵਰਨਰ ਸਾਹਿਬ ਚੀਫ ਮਿਨਿਸਟਰ ਆਫਿਸ ਨਾਲ ਗੱਲਬਾਤ ਨਹੀਂ ਕਰ ਸਕਦੇ ਸੀ? ਦੇਖੋ ਇਹ ਗੱਲ ਬੜੀ ਸਪਸ਼ਟ ਹੈ, ਪੰਜਾਬ ਦੇ ਲੋਕ ਦੇਖ ਰਹੇ ਆ ਕਿ ਭਾਜਪਾ ਜਿੱਥੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਨਹੀਂ ਬਣਦੀਆਂ, ਜਿੱਥੇ ਜਿੱਥੇ ਇਹਨਾਂ ਨੂੰ ਲੋਕ ਨਕਾਰ ਦਿੰਦੇ ਆ, ਜਿੱਥੇ ਜਿੱਥੇ ਇਹ ਡੈਮੋਕ੍ਰੈਟਿਕਲੀ ਇਗਨੋਰ ਕੀਤੇ ਜਾਂਦੇ ਆ, ਉੱਥੇ ਇਸੇ ਤਰੀਕੇ ਨਾਲ ਤਾਨਾਸ਼ਾਹੀ ਰੂਪ ਅਖਤਿਆਰ ਕਰਦੇ ਆ। ਇਸੇ ਤਰ੍ਹਾਂ ਪੰਜਾਬ ਦੇ ਰਾਜਪਾਲ ਮਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਸਖਤ ਚਿੱਠੀ ਦਾ ਜਵਾਬ ਵੀ ਮੁੱਖ ਮੰਤਰੀ ਨੇ ਉਸੇ ਤਰ੍ਹਾਂ ਸਖਤ ਲਹਿਜੇ ਦੇ ਵਿੱਚ ਲਿਖ ਕੇ ਭੇਜ ਦਿੱਤਾ। ਉਹਨਾਂ ਟਵੀਟ ਤਾਂ ਉਸੇ ਦਿਨ ਹੀ ਕਰ ਦਿੱਤਾ ਸੀ, ਸੋਮਵਾਰ ਨੂੰ ਸ਼ਾਮ ਨੂੰ ਹੀ, ਤੇ ਮੰਗਲਵਾਰ ਨੂੰ ਚਿੱਠੀ ਲਿਖੀ ਹੈ। ਕਹਿੰਦੇ ਮਾਨਯੋਗ ਰਾਜਪਾਲ ਸਾਹਿਬ, ਤੁਸੀਂ 13 ਫਰਵਰੀ ਦੀ ਚਿੱਠੀ ਵਿੱਚ ਜਿੰਨੇ ਵੀ ਵਿਸ਼ੇ ਲਿਖੇ ਨੇ ਉਹ ਸਾਰੇ ਸੂਬਾ ਸਰਕਾਰ ਦੇ ਵਿਸ਼ੇ ਨੇ। ਇਸ ਸੰਬੰਧ ਵਿੱਚ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਭਾਰਤੀ ਸੰਵਿਧਾਨ ਮੁਤਾਬਿਕ ਮੈਂ ਤੇ ਮੇਰੀ ਸਰਕਾਰ 3
ਕਰੋੜ ਪੰਜਾਬੀਆਂ ਨੂੰ ਜਵਾਬਦੇ ਹਾਂ। ਤੁਸੀਂ ਪੁੱਛਿਆ ਕਿ ਸਿੰਗਾਪੁਰ ਵਿਖੇ ਟ੍ਰੇਨਿੰਗ ਲਈ ਪ੍ਰਿੰਸੀਪਲਾਂ ਦੀ ਚੋਣ ਕਿਸ ਆਧਾਰ ਤੇ ਕੀਤੀ ਗਈ ਹੈ। ਪੰਜਾਬ ਦੇ ਵਾਸੀ ਹੁਣ ਇਹ ਪੁੱਛਣਾ ਚਾਹੁੰਦੇ ਨੇ ਤੁਹਾਡੇ ਤੋਂ ਕਿ ਭਾਰਤੀ ਸੰਵਿਧਾਨ ਵਿੱਚ ਕਿਸੇ ਸਪਸ਼ਟ ਯੋਗਤਾ ਦੀ ਅਣਹੋਂਦ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਰਾਜਪਾਲ ਕਿਹੜੇ ਆਧਾਰ ਤੇ ਚੁਣੇ ਜਾਂਦੇ ਨੇ? ਕਿਰਪਾ ਕਰਕੇ ਇਹ ਵੀ ਦੱਸੋ ਤੇ ਪੰਜਾਬੀਆਂ ਦੀ ਜਾਣਕਾਰੀ ਦੇ ਵਿੱਚ ਵਾਧਾ ਕਰੋ। ਸਾਫ਼ ਹੈ ਕਿ ਰਾਜਪਾਲ ਦੀ ਲੰਮੀ ਚੌੜੀ ਚਿੱਠੀ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੇ 4 ਲਾਈਨਾਂ ਦੇ ਵਿੱਚ ਦੇ ਕੇ ਸਾਰ ਦਿੱਤਾ ਹੈ ਤੇ ਇਹ ਸਾਫ਼ ਕਰ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਰਾਜ ਭਵਨ ਅਤੇ ਮੁੱਖ ਮੰਤਰੀ ਦਫ਼ਤਰ ਦੇ ਵਿਚਾਲੇ ਤਲਖੀ ਵਧੇਗੀ। ਰਾਜਪਾਲ ਨੇ ਮੁੱਖ ਮੰਤਰੀ ਤੋਂ 15 ਦਿਨਾਂ ਦੇ ਅੰਦਰ ਕਈ ਮੁੱਦਿਆਂ ਤੇ ਜਵਾਬ ਮੰਗਿਆ ਸੀ, ਪਰ ਮੁੱਖ ਮੰਤਰੀ ਮਾਨ ਨੇ 20 ਘੰਟਿਆਂ ਦੇ ਅੰਦਰ ਲਿਖਤੀ ਜਵਾਬ ਦੇ ਦਿੱਤਾ ਹੈ। ਸਾਫ਼ ਤੌਰ ਤੇ ਦੱਸ ਦਿੱਤਾ ਹੈ ਕਿ ਮੁੱਖ ਮੰਤਰੀ ਜਵਾਬ ਨਹੀਂ ਦੇਣਗੇ। ਹਾਲਾਂਕਿ ਸੀਐਮ ਮਾਨ ਦੀ ਚਿੱਠੀ ਵਿੱਚ ਰਾਜਪਾਲ ਦੇ ਵੱਲੋਂ ਪੁੱਛੇ ਗਏ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ। ਉਲਟਾ ਅਧਿਕਾਰਾਂ ਦੀ ਜੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਰਾਜਪਾਲ ਚੁਣਨ ਦੀ ਕਾਬਲੀਅਤ ਨੂੰ ਲੈ ਕੇ ਹੀ ਸਵਾਲ ਪੁੱਛ ਲਿਆ। ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਹੋਰ ਸੀਨੀਅਰ ਲੀਡਰ ਨੂੰ ਬਾਗੀ ਕਹਿ ਕੇ ਲੀਡਰਸ਼ਿਪ ਨੇ ਪਾਰਟੀ ਚੋਂ ਕੱਢ ਦਿੱਤਾ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੂੰ 6 ਸਾਲਾਂ ਦੇ ਲਈ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਇਲਜ਼ਾਮ ਲਾ ਕੇ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ। ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕਰਨੈਲ ਸਿੰਘ ਪੰਜੋਲੀ ਨੂੰ ਕਈ ਵਾਰੀ ਪਹਿਲਾਂ ਵੀ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਅਤੇ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦਾ ਦੋਸ਼ੀ ਪਾਇਆ ਗਿਆ, ਪਰ ਪਾਰਟੀ ਨੇ ਸਹਿਣਸ਼ੀਲਤਾ ਦਿਖਾਉਂਦੇ ਹੋਏ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ। ਪਰ ਹੁਣ ਜਦੋਂ ਅਨੁਸ਼ਾਸਨਹੀਣਤਾ ਦੀਆਂ ਸਾਰੀਆਂ ਹੱਦਾਂ ਪੰਜੋਲੀ ਪਾਰ ਕਰ ਚੁੱਕੇ ਨੇ ਤਾਂ ਮਜਬੂਰ ਹੋ ਕੇ ਪਾਰਟੀ ਨੂੰ ਸਖਤ ਕਦਮ ਚੁੱਕਣਾ ਪਿਆ ਹੈ। ਮਲੂਕਾ ਨੇ ਵੀ ਕਿਹਾ ਕਿ ਇਸ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਕਦਾਚਿਤ ਬਰਦਾਸ਼ਤ ਨਹੀਂ ਕੀਤੀ ਜਾਏਗੀ, ਭਾਵੇਂ ਕਿ ਕਰਨ ਵਾਲਾ ਆਗੂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ। ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਅਤੇ ਜਗਮੀਤ ਸਿੰਘ ਬਰਾੜ ਨੂੰ ਵੀ ਅਨੁਸ਼ਾਸਨੀ ਕਮੇਟੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਇਲਜ਼ਾਮ ਲਾਉਂਦੇ ਹੋਏ ਪਾਰਟੀ 'ਚੋਂ ਕੱਢ ਦਿੱਤਾ ਸੀ। ਇਹ ਵੀ ਦੱਸਿਆ ਜਾ ਰਿਹਾ ਕਿ ਕਰਨੈਲ ਸਿੰਘ ਪੰਜੋਲੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਬੋਲਦੇ ਹੋਏ ਇੱਕ ਸਮਾਗਮ ਦੇ ਵਿੱਚ ਉਹਨਾਂ ਦੇ ਲਈ ਮਾੜੇ ਸ਼ਬਦ ਤੱਕ ਕਹਿ ਦਿੱਤੇ ਸੀ, ਜਿਸ ਤੋਂ ਬਾਅਦ ਅਕਾਲੀ ਦਲ ਦੀ ਅਨੁਸ਼ਾਸਨਿਕ ਕਮੇਟੀ ਨੂੰ ਪੰਜੋਲੀ ਵਿਰੁੱਧ ਸ਼ਿਕਾਇਤ ਕੀਤੀ ਗਈ। ਹਾਲ ਹੀ ਵਿੱਚ ਇੱਕ ਸਮਾਗਮ 'ਚ ਪੰਜੋਲੀ ਨੇ ਖੁਦ ਮੰਨਿਆ ਸੀ ਕਿ ਉਹਨਾਂ ਨੇ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ। ਉਧਰ ਪਾਰਟੀ 'ਚੋਂ ਕੱਢੇ ਜਾਣ ਤੋਂ ਬਾਅਦ ਕਰਨੈਲ ਸਿੰਘ ਪੰਜੋਲੀ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਪ੍ਰੈਸ ਕਾਨਫਰੰਸ ਕਰਦਿਆਂ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਟੀਮ ਨੇ ਮੇਰੇ ਖਿਲਾਫ ਲਾਏ ਜਿਹੜੇ ਦੋਸ਼ ਨੇ ਉਹ ਸਾਰੇ ਝੂਠੇ ਨੇ। ਮੇਰੇ ਉੱਤੇ ਕਹਿੰਦੇ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਗੱਡੀ ਦਿੱਤੇ ਜਾਣ ਦਾ ਵੀ ਝੂਠਾ ਇਲਜ਼ਾਮ ਲਾਇਆ ਗਿਆ। ਦੂਸਰਾ ਵੱਡਾ ਝੂਠ ਉਹਨਾਂ ਦਾ ਇਹ ਹੈ ਕਿ ਮੇਰੇ ਘਰੇ 2 ਦਰਜਨ ਮੁਲਾਜ਼ਮ ਕੰਮ ਕਰਦੇ ਨੇ। ਕਹਿੰਦੇ ਇਹਦਾ ਜਵਾਬ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਦੇ ਸਕਦੇ ਨੇ। ਉਹਨਾਂ ਨੂੰ ਸਾਰਾ ਪਤਾ ਹੈ ਕਿ ਮੇਰੇ ਕੋਲੇ ਕਿੰਨੀਆਂ ਗੱਡੀਆਂ ਨੇ ਤੇ ਮੇਰੇ ਘਰੇ ਕਿੰਨੇ ਐਸਜੀਪੀਸੀ ਦੇ ਬੰਦੇ ਕੰਮ ਕਰਦੇ ਨੇ। ਤੀਸਰਾ ਕਹਿੰਦੇ ਝੂਠਾ ਦੋਸ਼ ਮੇਰੇ ਤੇ ਬਹੁਤ ਸਾਰੀਆਂ ਜ਼ਮੀਨਾਂ ਖਰੀਦਣ ਦਾ ਲਾਇਆ ਗਿਆ ਤੇ ਇਹ ਇਲਜ਼ਾਮ ਲਾ ਕੇ ਝੂਠੇ ਇਲਜ਼ਾਮ ਲਾ ਕੇ ਮੈਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਹੁਣ ਕਹਿੰਦੇ ਮੈਂ ਗੈਰ ਪੰਥਕ ਲੋਕਾਂ ਦੀ ਪਾਰਟੀ ਵਿੱਚੋਂ ਨਿਕਲ ਕੇ ਪੰਥਕ ਲੋਕਾਂ ਕੋਲ ਜਾਣ ਜੋਗਾ ਹੋ ਗਿਆ। ਪੰਜੋਲੀ ਨੇ ਕਿਹਾ ਕਿ ਪਾਰਟੀ ਦੇ ਵਿਧੀ ਵਿਧਾਨ ਦੇ ਮੁਤਾਬਿਕ ਆਪਣੇ ਵਰਕਰ ਨੂੰ ਜਾਂ ਲੀਡਰ ਨੂੰ ਪਾਰਟੀ ਚੋਂ ਕੱਢਣ ਤੋਂ ਪਹਿਲਾਂ ਕਾਰਨ ਦੱਸੋ ਨੋਟਿਸ ਭੇਜਣਾ ਚਾਹੀਦਾ, ਪਰ ਇਹਨਾਂ ਨੇ ਅਜਿਹਾ ਮੇਰੇ ਨਾਲ ਨਹੀਂ ਕੀਤਾ। ਇਸੇ ਕਰਕੇ ਕਹਿੰਦੇ ਇਹ ਪਾਰਟੀ ਹੁਣ ਸੁਖਬੀਰ ਬਾਦਲ ਦੀ ਇੱਕ ਪ੍ਰਾਈਵੇਟ ਕੰਪਨੀ ਹੈ। ਜੋ ਬਾਦਲ ਕਰੇਗਾ ਉਹੀ ਕਹਿੰਦੇ ਪਾਰਟੀ ਵਿੱਚ ਰਹਿ ਸਕੂਗਾ। ਕਿਸੇ ਨੇ ਮੇਰੀ ਗੱਲ ਸੁਣਨ ਦਾ ਵੀ ਯਤਨ ਨਹੀਂ ਕੀਤਾ। ਪੰਜੋਲੀ ਨੇ ਦੱਸਿਆ ਕਿ ਉਹਨਾਂ ਨੇ ਬੇਅਦਬੀ ਦੇ ਮਾਮਲੇ ਤੇ ਬਿਆਨ ਦਿੱਤਾ ਸੀ। ਰਾਮ ਰਹੀਮ ਦੀ ਪੈਰੋਲ ਦਾ ਵੀ ਲਗਾਤਾਰ ਕਹਿੰਦੇ ਵਿਰੋਧ ਕੀਤਾ। ਸਮੇਂ-ਸਮੇਂ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਸਾਵਧਾਨ ਕਰਦੇ ਰਿਹਾ ਕਿ ਪੰਥ ਤੁਹਾਡੇ ਤੋਂ ਨਾਰਾਜ਼ ਹੈ। ਪੰਜੋਲੀ ਨੇ ਕਿਹਾ ਕਿ ਮੈਂ ਤਾਂ ਇਹ ਵੀ ਸੁਝਾਅ ਦਿੱਤਾ ਸੀ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਤੋਂ ਪੰਥ ਰੁੱਸਿਆ ਹੋਇਆ, ਇਸ ਲਈ ਮੌਜੂਦਾ ਲੀਡਰਸ਼ਿਪ ਅਸਤੀਫਾ ਦੇਵੇ ਤੇ ਨਵੀਂ ਲੀਡਰਸ਼ਿਪ ਮੂਹਰੇ ਆਵੇ। ਅੱਜ ਉਹਨਾਂ ਨੇ ਮੈਨੂੰ ਪਾਰਟੀ ਚੋਂ ਕੱਢਣ ਦਾ ਫੈਸਲਾ ਕੀਤਾ। ਪਹਿਲੀ ਗੱਲ ਤਾਂ ਮੈਂ ਸਮਝਦਾ ਹਾਂ ਕਿ ਪਾਰਟੀ ਉਹ ਹੁੰਦੀ ਹੈ ਜਿਹੜੀ ਆਪਣੇ ਕਿਸੇ ਵਰਕਰ ਕਿਸੇ ਆਗੂ ਨੂੰ ਇੱਕ ਨੋਟਿਸ ਭੇਜੇ, ਕਾਰਨ ਦੱਸੋ। ਉਹ ਕਾਰਨ ਦੱਸੋ ਨੋਟਿਸ ਭੇਜਦੀ ਹੈ ਕਿ ਤੁਹਾਡੀਆਂ ਆਹ ਗਤੀਵਿਧੀਆਂ ਪਾਰਟੀ ਵਿਰੋਧੀ ਨੇ, ਜਿਨ੍ਹਾਂ ਨਾਲ ਪਾਰਟੀ ਨੂੰ ਆਹ ਨੁਕਸਾਨ ਹੋ ਰਿਹਾ ਹੈ। ਤੇ ਜੇ ਕੋਈ ਇਸ ਕਿਸਮ ਦਾ ਨੋਟਿਸ ਭੇਜੇ ਬਗੈਰ ਕਿਸੇ ਨੂੰ ਕੋਈ ਬੰਦਾ ਕੱਢਦਾ ਪਾਰਟੀ ਚੋਂ ਤਾਂ ਫਿਰ ਉਹ ਪਾਰਟੀ ਨਹੀਂ ਰਹਿੰਦੀ, ਫਿਰ ਉਹ ਕਿਸੇ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਜਾਂਦੀ ਹੈ। ਮੈਂ ਇਹ ਸਮਝਦਾ ਕਿ ਮੈਨੂੰ ਕਿਸੇ ਕਿਸਮ ਦਾ ਕੋਈ ਨੋਟਿਸ ਨਹੀਂ ਆਇਆ। ਮੇਰੇ ਤੋਂ ਕਿਸੇ ਨੇ ਜਵਾਬ ਲੈਣ ਦਾ ਯਤਨ ਨਹੀਂ ਕੀਤਾ ਤੇ ਇਸ ਕਰਕੇ ਮੈਂ ਸਮਝਦਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਨਾ ਹੋ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਹੈ। ਉਹ ਆਪਣੀ ਕੰਪਨੀ ਤੋਂ ਜਿਹਨੂੰ ਚਾਹੁੰਦਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਲੀਡਰਸ਼ਿਪ ਦੇ ਵਿੱਚ ਦੁਫਾੜ ਜੱਗ ਜ਼ਾਹਿਰ ਹੋ ਗਈ ਹੈ। ਮਨਜੀਤ ਸਿੰਘ ਧਨੇਰ ਦੇ ਧੜੇ ਦੇ ਵੱਲੋਂ ਮੰਗਲਵਾਰ ਨੂੰ ਬਠਿੰਡਾ ਦੇ ਵਿੱਚ ਜਨਰਲ ਕੌਂਸਲ ਦੀ ਮੀਟਿੰਗ ਬੁਲਾਈ ਗਈ ਸੀ ਤੇ ਇਸ ਮੀਟਿੰਗ ਦੇ ਵਿੱਚ ਹੁਣ ਇਹਨਾਂ ਨੇ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ ਤੇ ਗੁਰਮੀਤ ਸਿੰਘ ਭੱਟੀਵਾਲ ਨੂੰ ਖਾਰਜ ਕਰ ਦਿੱਤਾ ਹੈ, ਜਦਕਿ ਪਿਛਲੇ ਦਿਨੀ ਬੂਟਾ ਸਿੰਘ ਬੁਰਜਗਿੱਲ ਨੇ ਮਨਜੀਤ ਸਿੰਘ ਧਨੇਰ ਹੋਰਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਸੀ, ਜਥੇਬੰਦੀ ਚੋਂ ਕੱਢ ਦਿੱਤਾ ਸੀ। ਇਸ ਦੇ ਨਾਲ ਹੀ ਜਨਰਲ ਕੌਂਸਲ ਮੈਂਬਰਾਂ ਨੇ ਸਰਬਸੰਮਤੀ ਦੇ ਨਾਲ ਭਵਿੱਖ ਦੀਆਂ ਸਰਗਰਮੀਆਂ ਦੇ ਲਈ 7 ਮੈਂਬਰੀ ਕਾਰਜਕਾਰੀ ਸੂਬਾ ਕਮੇਟੀ ਦੀ ਚੋਣ ਵੀ ਕੀਤੀ ਹੈ। ਮਨਜੀਤ ਸਿੰਘ ਧਨੇਰ ਪ੍ਰਧਾਨ ਬਣਾਏ ਗਏ ਨੇ। ਹਰਨੇਕ ਸਿੰਘ ਮਹਿਮਾ ਜਨਰਲ ਸਕੱਤਰ, ਗੁਰਦੀਪ ਸਿੰਘ ਰਾਮਪੁਰਾ ਸੀਨੀਅਰ ਮੀਤ ਪ੍ਰਧਾਨ, ਹਰੀਸ਼ ਨੱਡਾ ਮੀਤ ਪ੍ਰਧਾਨ, ਬਲਵੰਤ ਸਿੰਘ ਉੱਪਲ ਖਜ਼ਾਨਚੀ ਤੇ ਹੋਰ ਵੀ ਅਹੁਦੇਦਾਰ ਨੇ ਜਿਹੜੇ ਉਹ ਲਏ ਗਏ ਨੇ। ਸਰਬਸੰਮਤੀ ਦੇ ਨਾਲ ਚੋਣ ਹੋਈ ਹੈ। ਕਮੇਟੀ ਦੀ ਅਗਵਾਈ ਵਿੱਚ ਨਵੀਂ ਮੈਂਬਰਸ਼ਿਪ ਕਰਕੇ ਸੂਬਾ ਪੱਧਰੀ ਇਜਲਾਸ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਦਾ ਮੁੱਦਾ ਫਿਰ ਤੋਂ ਉੱਠਿਆ ਹੈ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਵੱਡਾ ਦਾਅਵਾ ਕੀਤਾ ਕਿ ਵੱਖਰੀ ਵਿਧਾਨ ਸਭਾ ਦੇ ਲਈ ਛੇਤੀ ਹਰਿਆਣੇ ਨੂੰ ਜ਼ਮੀਨ ਮਿਲ ਜਾਏਗੀ। 2026 ਤੱਕ ਹਰਿਆਣਾ ਵਿਧਾਨ ਸਭਾ ਤਿਆਰ ਹੋਵੇਗੀ। ਪੰਜਾਬ ਦੀ ਤਰਜ਼ ਤੇ ਹੀ ਕਹਿੰਦੇ ਸਾਨੂੰ ਜ਼ਮੀਨ ਮਿਲੇਗੀ, ਇਹ ਦਾਅਵਾ ਕੀਤਾ। ਅਗਲੇ 50 ਸਾਲਾਂ ਦੇ ਲਿਹਾਜ਼ ਨਾਲ ਕਹਿੰਦੇ ਅਸੀਂ ਵਿਧਾਨ ਸਭਾ ਦੀ ਬਿਲਡਿੰਗ ਤਿਆਰ ਕਰਾਂਗੇ ਅਤੇ ਸੀਐਮ ਮਨੋਹਰ ਲਾਲ ਖੱਟਰ ਨੂੰ ਵੀ ਇਹਨਾਂ ਨੇ ਵਿਧਾਨ ਸਭਾ ਦੇ ਲਈ ਬਜਟ 'ਚੋਂ 500 ਕਰੋੜ ਰਾਖਵੇਂ ਰੱਖਣ ਦੀ ਅਪੀਲ ਕੀਤੀ ਹੈ। ਰੋਡ ਰੇਜ ਮਾਮਲੇ ਦੇ ਵਿੱਚ 1 ਸਾਲ ਦੀ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਮ ਛੋਟ ਦੇ ਆਧਾਰ ਤੇ ਹੁਣ 19 ਫਰਵਰੀ ਤੋਂ ਬਾਅਦ ਕਿਸੇ ਵੀ ਵਕਤ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ, ਸੰਭਾਵਨਾ ਬਣ ਗਈ ਹੈ। ਨਿਯਮਾਂ ਦੇ ਮੁਤਾਬਿਕ ਸਿੱਧੂ ਨੂੰ ਜੇਲ੍ਹ ਫੈਕਟਰੀ ਵਿੱਚ ਕੰਮ ਕਰਨ ਤੇ 60 ਦਿਨ, ਚੰਗੇ ਵਿਵਹਾਰ ਤੇ 30 ਦਿਨ ਦੀ ਛੋਟ ਮਿਲ ਸਕਦੀ ਹੈ। ਇਹ ਸ਼ਕਤੀਆਂ ਜ਼ਿਲ੍ਹਾ ਸੁਪਰਡੈਂਟ ਦੇ ਅਧਿਕਾਰ ਖੇਤਰ ਦੇ ਵਿੱਚ ਨੇ। ਉਹ ਸੂਬਾ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਇਹਨਾਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਸਿੱਧੂ ਨੂੰ ਰਿਹਾ ਕਰ ਸਕਦੇ ਨੇ। ਹਾਲਾਂਕਿ ਜੇਲ੍ਹ ਵਿਭਾਗ ਦੇ ਅਧਿਕਾਰੀ ਸਿੱਧੂ ਦੀ ਰਿਹਾਈ ਦੇ ਸਮੇਂ ਨੂੰ ਲੈ ਕੇ ਚੁੱਪ ਹਨ, ਪਰ ਸੂਤਰ ਦੱਸਦੇ ਨੇ ਕਿ ਸਿੱਧੂ ਨੂੰ ਜੇਲ੍ਹ ਵਿੱਚ ਕੰਮ ਕਰਨ ਅਤੇ ਚੰਗੇ ਵਿਵਹਾਰ ਦੇ ਦਿਨ ਜੋੜ ਕੇ 90 ਦਿਨਾਂ ਦੀ ਛੋਟ ਮਿਲ ਸਕਦੀ ਹੈ। ਜੇ 90 ਦਿਨਾਂ ਦੀ ਛੋਟ ਮਿਲੀ ਤਾਂ 3 ਮਹੀਨੇ ਦੀ ਸਜ਼ਾ ਇਹਨਾਂ ਦੀ ਮਾਫ ਹੋ ਜਾਏਗੀ। ਸੁਪਰੀਮ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 20 ਮਈ ਨੂੰ ਸਿੱਧੂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀ। ਹਾਲਾਂਕਿ ਉਹ ਮਈ ਦੇ ਵਿੱਚ ਹੀ ਰਿਹਾ ਹੋ ਸਕਦੇ ਨੇ ਸਾਲ ਕੈਦ ਕੱਟਣ ਤੋਂ ਬਾਅਦ, ਪਰ 90 ਦਿਨ ਦੀ ਜੇ ਮਾਫੀ ਮਿਲਦੀ ਹੈ ਤਾਂ 19 ਫਰਵਰੀ ਤੋਂ ਬਾਅਦ ਉਹ ਕਿਸੇ ਵਕਤ ਵੀ ਰਿਹਾ ਹੋ ਸਕਦੇ ਨੇ। ਪੰਜਾਬੀਆਂ ਦੇ ਲਈ ਇੱਕ ਵੱਡੀ ਖਬਰ ਉਹਨਾਂ ਦੀ ਜੇਬ ਖਰਚ ਦੇ ਨਾਲ ਜੁੜੀ ਹੋਈ ਹੈ। 3 ਟੋਲ ਪਲਾਜ਼ਾ ਪੰਜਾਬ ਦੇ ਵਿੱਚ ਬੰਦ ਕੀਤੇ ਜਾ ਰਹੇ ਨੇ। 14 ਫਰਵਰੀ ਦੀ ਰਾਤ 12 ਵਜੇ ਤੋਂ ਬਾਅਦ ਸੂਬੇ ਦੇ 3 ਮਸ਼ਹੂਰ ਟੋਲ ਪਲਾਜ਼ੇ ਬੰਦ ਹੋ ਜਾਣਗੇ। ਇਹਨਾਂ ਦੇ ਵਿੱਚ 2 ਟੋਲ ਪਲਾਜ਼ੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਤੇ ਇੱਕ ਨਵਾਂ ਸ਼ਹਿਰ ਦਾ। PWD ਵਿਭਾਗ ਨੇ ਇਸ ਦੀ ਪੁਸ਼ਟੀ ਕੀਤੀ ਹੈ। ਤਿੰਨੇ ਟੋਲ ਪਲਾਜ਼ਾ ਇੱਕ ਹੀ ਕੰਪਨੀ ਦੇ ਨੇ। ਇਹਨਾਂ ਦਾ ਜਿਹੜਾ ਸਰਕਾਰ ਦੇ ਨਾਲ ਕਰਾਰ ਖਤਮ ਹੋ ਗਿਆ, ਜਿਸ ਤੋਂ ਬਾਅਦ ਸਰਕਾਰ ਨੇ ਦੂਸਰੀ ਵਾਰੀ ਕਰਾਰ ਨਹੀਂ ਕੀਤਾ ਤੇ ਬੰਦ ਹੋ ਜਾਣਗੇ। ਸੋਮਵਾਰ ਬਾਅਦ ਦੁਪਹਿਰੇ ਟੋਲ ਪਲਾਜ਼ਾ ਕੰਪਨੀ ਦੇ ਅਧਿਕਾਰੀਆਂ ਦੀ ਸਰਕਾਰ ਦੇ ਨਾਲ ਮੀਟਿੰਗ ਹੋਈ। ਨਵਾਂ ਸ਼ਹਿਰ ਦੇ ਮਜਾਰੀ, ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਤੇ ਮਾਨਗੜ੍ਹ ਦੇ ਵਿੱਚ ਪੈਂਦੇ 3 ਟੋਲ ਤਹਿਤ 105 ਕਿਲੋਮੀਟਰ ਦੇ ਲਗਭਗ ਸੜਕ ਪੈਂਦੀ ਹੈ। ਇਸ ਸੜਕ ਤੇ ਹਰ 35 ਕਿਲੋਮੀਟਰ ਤੋਂ ਬਾਅਦ ਕੰਪਨੀ ਦਾ ਟੋਲ ਹੈ। ਨਵਾਂ ਸ਼ਹਿਰ ਤੋਂ ਦਸੂਹਾ, ਪਠਾਨਕੋਟ ਅਤੇ ਅੱਗੇ ਜੰਮੂ ਕਸ਼ਮੀਰ ਜਾਣ ਵਾਲਿਆਂ ਨੂੰ ਇਹਨਾਂ ਟੋਲਾਂ ਤੇ ਫੀਸ ਭਰਨੀ ਪੈਂਦੀ ਸੀ, ਪਰ ਹੁਣ ਇਹ ਬੰਦ ਹੋ ਚੁੱਕੇ ਨੇ। ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਹੁਣ ਵਿਜੀਲੈਂਸ ਨੂੰ ਚਿੱਠੀ ਲਿਖ ਕੇ ਅੰਮ੍ਰਿਤਸਰ ਦੇ ਵਿੱਚ ਲਾਏ ਗਏ ਪਾਮ ਟਰੀ ਘੁਟਾਲੇ ਦੀ ਜਾਂਚ ਦੀ ਮੰਗ ਕੀਤੀ ਹੈ। ਅੰਮ੍ਰਿਤਸਰ ਸ਼ਹਿਰੀ ਤੋਂ ਵਿਧਾਇਕ ਕੁੰਵਰ ਨੇ ਅੰਮ੍ਰਿਤਸਰ ਦੇ ਵਿੱਚ 2022 ਵਿੱਚ ਸਜਾਵਟ ਲਈ ਬਣਾਏ ਗਏ 178 ਪਾਮ ਟਰੀ ਬਿਊਟੀਫਿਕੇਸ਼ਨ ਪ੍ਰੋਜੈਕਟ ਦੀ ਜਾਂਚ ਦੀ ਮੰਗ ਚੁੱਕੀ ਹੈ। ਵਿਧਾਇਕ ਨੇ ਵਿਜੀਲੈਂਸ ਬਿਊਰੋ ਨੂੰ ਚਿੱਠੀ ਲਿਖ ਕੇ ਇਸ ਨੂੰ ਘੁਟਾਲਾ ਦੱਸਦਿਆਂ ਇਸ ਦੀ ਮੰਗ ਕੀਤੀ ਹੈ। ਜਾਂਚ ਦੀ ਨਾਲੇ ਸ਼ਿਕਾਇਤ ਦੀ ਕਾਪੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਭੇਜੀ ਹੈ। ਕੁੰਵਰ ਵਿਜੇ ਪ੍ਰਤਾਪ ਨੇ ਸੜਕਾਂ ਦੇ ਵਿਚਾਲੇ ਇਹਨਾਂ ਰੁੱਖਾਂ ਨੂੰ ਲਾਉਣ ਤੇ ਉਹਨਾਂ ਦੀ ਸਾਂਭ ਸੰਭਾਲ ਵਿੱਚ ਬੇਨਿਯਮੀਆਂ ਦਾ ਦਾਅਵਾ ਕਰਦੇ ਹੋਏ ਇਸ ਘੁਟਾਲੇ ਵਿੱਚ ਅੰਮ੍ਰਿਤਸਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਸ਼ਾਮਿਲ ਹੋਣ ਦਾ ਖਦਸ਼ਾ ਪ੍ਰਗਟਾਇਆ। ਸਜਾਵਟੀ ਰੁੱਖ ਲਾਉਣ ਵਾਲੇ ਠੇਕੇਦਾਰ ਦੇ ਅੰਮ੍ਰਿਤਸਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਸੰਬੰਧਾਂ ਦੀ ਜਾਂਚ ਕਰਨ ਦੇ ਲਈ ਵੀ ਕੁੰਵਰ ਨੇ ਕਿਹਾ ਹੈ। 2017 ਦੇ ਵਿੱਚ ਪੰਜਾਬ, ਹਰਿਆਣਾ ਤੇ ਹਿਮਾਚਲ ਤੋਂ 6 ਨੌਜਵਾਨ ਸੁਨਹਿਰੀ ਭਵਿੱਖ ਦੇ ਲਈ ਵਿਦੇਸ਼ ਗਏ ਸਨ, ਪਰ ਟਰੈਵਲ ਏਜੰਟਾਂ ਨੇ ਇਟਲੀ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਤਾਂ ਲੈ ਲਏ, ਪਰ ਇਹਨਾਂ ਨੂੰ ਤੁਰਕੀ ਲਿਜਾ ਕੇ ਸੁੱਟ ਦਿੱਤਾ ਤੇ ਹਾਲੇ ਤੱਕ ਇਹਨਾਂ ਨੌਜਵਾਨਾਂ ਦਾ ਅਤਾ ਪਤਾ ਨਹੀਂ ਲੱਗ ਸਕਿਆ। ਨਹੀਂ ਪਤਾ 17 ਤੋਂ ਲੈ ਕੇ 23 ਸਾਲ ਚੜ ਗਿਆ, 2023 ਚੱਲ ਰਿਹਾ ਹੈ ਤੇ ਹਜੇ ਤੱਕ ਮਾਪਿਆਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਪੁੱਤ ਕਿੱਥੇ ਨੇ। ਲਾਪਤਾ ਨੌਜਵਾਨਾਂ ਦੇ ਮਾਪਿਆਂ ਨੇ ਦੱਸਿਆ ਕਿ 5 ਸਾਲ ਪਹਿਲਾਂ ਇਹਨਾਂ ਨੇ ਆਪਣੇ ਬੱਚਿਆਂ ਦੇ ਨਾਲ ਗੱਲ ਕੀਤੀ ਸੀ, ਉਸ ਤੋਂ ਬਾਅਦ ਕੋਈ ਸੰਪਰਕ ਨਹੀਂ ਹੋਇਆ। ਨਹੀਂ ਪਤਾ ਉਹ ਜਿਉਂਦੇ ਨੇ ਜਾਂ ਫਿਰ ਉਹ ਖਤਮ ਕਰ ਦਿੱਤੇ ਗਏ ਨੇ, ਕਿਹੜੇ ਹਾਲਾਤਾਂ ਦੇ ਵਿੱਚ ਨੇ। ਤੇ ਹੁਣ ਤੁਰਕੀ ਦੇ ਵਿੱਚ ਆਏ ਭੂਚਾਲ ਤੋਂ ਬਾਅਦ ਮਾਪਿਆਂ ਦੀਆਂ ਚਿੰਤਾਵਾਂ ਦੇ ਵਿੱਚ ਹੋਰ ਵਾਧਾ ਹੋ ਗਿਆ। ਲਾਪਤਾ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਲੁਧਿਆਣਾ ਪਹੁੰਚੇ ਤੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ। ਇਸ ਮੌਕੇ ਬਲਵੰਤ ਸਿੰਘ ਰਾਮੂਵਾਲੀਆ ਤੇ ਹੋਰ ਸਮਾਜਿਕ ਸੰਸਥਾਵਾਂ ਦੇ ਨਾਲ ਗੱਲਬਾਤ ਕਰਦਿਆਂ ਮਾਪਿਆਂ ਨੇ ਆਪਣਾ ਦੁੱਖ ਦਰਦ ਪ੍ਰਗਟਾਇਆ।
ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਇੱਕ ਸਵਾਲ ਪੁੱਛਿਆ ਹੈ। ਕਿਹਾ ਹੈ ਕਿ ਹੁਣ ਜਦੋਂ ਮਾਣਯੋਗ ਹਾਈ ਕੋਰਟ ਨੇ 100 ਕਰੋੜ ਤੋਂ ਵੱਧ ਪੰਚਾਇਤੀ ਜ਼ਮੀਨ ਹੜੱਪਣ ਦੇ ਮਾਮਲੇ ਵਿੱਚ ਸੂਬੇ ਅਤੇ ਆਪ ਸੰਸਦ ਮੈਂਬਰ ਅਸ਼ੋਕ ਮਿੱਤਲ ਨੂੰ ਨੋਟਿਸ ਜਾਰੀ ਕੀਤਾ ਹੈ, ਤਾਂ ਕੀ ਸੋ ਕਾਲਡ ਕੱਟੜ ਇਮਾਨਦਾਰ ਭਗਵੰਤ ਮਾਨ ਦਾ ਸਟੈਂਡ ਕੀ ਹੋਵੇਗਾ? ਕੀ ਉਹ ਸਿਰਫ ਗਰੀਬਾਂ ਤੋਂ ਪੰਚਾਇਤੀ ਜ਼ਮੀਨ ਦੀ 1-2 ਏਕੜ ਜ਼ਮੀਨ ਵਾਪਸ ਲੈਣ ਦੇ ਸਮਰੱਥ ਨੇ, ਜਾਂ ਫਿਰ ਆਪਣੇ ਐਮਪੀ ਦੀ 100 ਕਰੋੜ ਦੀ ਜ਼ਮੀਨ ਵਾਪਸ ਲੈਣ ਦੀ ਵੀ ਹਿੰਮਤ ਹੈ? ਪੰਜਾਬ ਵਿਧਾਨ ਸਭਾ ਦੇ ਵਿਧਾਇਕਾਂ ਦੇ 2 ਦਿਨਾਂ ਟ੍ਰੇਨਿੰਗ ਸੈਸ਼ਨ ਦੀ ਸ਼ੁਰੂਆਤ ਮੰਗਲਵਾਰ ਸਵੇਰੇ 11 ਵਜੇ ਤੋਂ ਹੋ ਗਈ। ਸਮਾਗਮ ਦੀ ਸ਼ੁਰੂਆਤ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਆਪਣੇ ਸੰਬੋਧਨ ਦੇ ਵਿੱਚ ਜਾਣਕਾਰੀ ਦਿੱਤੀ ਕਿ ਵਿਧਾਇਕਾਂ ਦੀ ਟ੍ਰੇਨਿੰਗ ਦੇ ਲਈ ਓਰੀਐਂਟੇਸ਼ਨ ਪ੍ਰੋਗਰਾਮ 2 ਦਿਨ ਚੱਲੂਗਾ, ਜੋ ਕਿ ਵਿਧਾਇਕਾਂ ਦੇ ਲਈ ਮਹੱਤਵਪੂਰਨ ਤੇ ਗਿਆਨ ਵਰਧਕ ਸਾਬਤ ਹੋਏਗਾ। ਸੰਧਵਾ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਇਮਾਨਦਾਰੀ ਤੇ ਸਹਿਜਤਾ ਵਰਤਣ ਦੀ ਅਪੀਲ ਕੀਤੀ ਅਤੇ ਸ਼ਬਦਾਂ ਦੀ ਸਹੀ ਵਰਤੋਂ ਤੇ ਮਹੱਤਵ ਬਾਰੇ ਵੀ ਦੱਸਿਆ। ਦਰਅਸਲ ਇਸ ਟ੍ਰੇਨਿੰਗ ਸੈਸ਼ਨ ਦੇ ਵਿੱਚ ਇਕੱਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਹੀਂ, ਬਲਕਿ ਹੋਰਨਾਂ ਪਾਰਟੀਆਂ ਦੇ ਯਾਨੀ ਕਿ ਪੰਜਾਬ ਦੇ ਸਾਰੇ 117 ਵਿਧਾਇਕਾਂ ਦਾ ਇਹ ਟ੍ਰੇਨਿੰਗ ਸੈਸ਼ਨ ਹੈ। ਇਸ ਦੌਰਾਨ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਵੀ ਹਾਜ਼ਰ ਸਨ। ਬਾਜਵਾ ਨੇ ਆਪਣੇ ਸੰਬੋਧਨ ਦੌਰਾਨ ਲਾਇਬ੍ਰੇਰੀ ਦੇ ਮਹੱਤਵ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਨਵੇਂ ਬਣੇ ਵਿਧਾਇਕਾਂ ਦੇ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਬਹੁਤ ਜ਼ਰੂਰੀ ਨੇ। ਮੁੱਖ ਮੰਤਰੀ ਭਗਵੰਤ ਮਾਨ ਵੀ ਬੋਲੇ। ਉਹਨਾਂ ਨੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦਾ ਦਾਅਵਾ ਕੀਤਾ ਤੇ ਵਿਰੋਧੀ ਧਿਰਾਂ ਬਾਰੇ ਬੋਲਦਿਆਂ ਕਿਹਾ ਕਿ ਚੰਗੀ ਆਊਟਪੁੱਟ ਦੇ ਲਈ ਵਿਰੋਧੀਆਂ ਨੂੰ ਵੀ ਸਮਾਂ ਮਿਲਣਾ ਬਹੁਤ ਜ਼ਰੂਰੀ ਹੈ, ਲੋੜੀਂਦਾ ਸਮਾਂ ਮਿਲਣਾ ਚਾਹੀਦਾ ਹੈ। ਤੇ ਨਾਲ ਹੀ ਮਾਨ ਨੇ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਕੋਲਾ ਮੰਗਵਾਉਣ ਦੇ ਨਿਰਦੇਸ਼ਾਂ ਦੇ ਵਿਰੋਧ ਵਿੱਚ ਵਿਰੋਧੀ ਧਿਰ ਵੱਲੋਂ ਮਿਲੇ ਸਹਿਯੋਗ ਦੇ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ। ਟ੍ਰੇਨਿੰਗ ਸੈਸ਼ਨ ਦੇ ਵਿੱਚ ਬੁੱਧਵਾਰ ਨੂੰ ਦਿੱਲੀ ਤੇ ਯੂਪੀ ਦੇ ਸਪੀਕਰ ਵਿਧਾਨ ਸਭਾ 'ਚ ਪਹੁੰਚਣਗੇ ਤੇ ਬਜਟ ਸੈਸ਼ਨ ਬਾਰੇ ਵੀ ਜਲਦੀ ਐਲਾਨ ਕੀਤਾ ਜਾਏਗਾ। ਸਮਾਗਮ ਦੌਰਾਨ ਵਿਧਾਨਕ ਪ੍ਰਕਿਰਿਆ, ਸਦਨ ਦੀ ਕਾਰਵਾਈ ਅਤੇ ਹੋਰ ਪ੍ਰਣਾਲੀਆਂ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੇ ਸਾਡੀਆਂ ਰਾਹਾਂ ਰਚਾਉਣ ਲਈ ਭਾਰਤੀ ਸੰਸਦ ਦੇ ਉੱਘੇ ਸਿਆਸਤਦਾਨ ਅਤੇ ਸਮਾਜ ਦੇ ਹੋਰ ਕਈ ਅਦਾਰਿਆਂ ਤੋਂ ਵੱਖ-ਵੱਖ ਵਿਸ਼ਿਆਂ ਦੇ ਮਾਹਰ ਅਜਿਹੀ ਗਿਆਨ ਦੀ ਗੰਗਾ ਵਹਾਉਣ ਵਾਲੇ ਹਨ। ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਸਾਰੇ ਉਸ ਵਿੱਚ ਪੂਰੀ ਗਹਿਰਾਈ ਤੱਕ ਡੁਬਕੀ ਲਗਾਉਣ ਦੀ ਕੋਸ਼ਿਸ਼ ਕਰਾਂਗੇ। ਕੇਂਦਰ ਵਿੱਚ ਸੰਸਦ ਅਤੇ ਰਾਜਾਂ ਵਿੱਚ ਵਿਧਾਨ ਸਭਾਵਾਂ ਸਾਡੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀਆਂ। ਕਿਸੇ ਰਾਜ ਲਈ ਵਿਧਾਨ ਸਭਾ ਜਨਤਕ ਬਹਿਸ ਨੀਤੀ ਬਣਾਉਣ ਦਾ ਸਭ ਤੋਂ ਉੱਚਾ ਮੰਚ ਹੈ ਅਤੇ ਆਪਣੇ ਲੋਕਾਂ ਦੀ ਪ੍ਰਤੀਨਿਧਤਾ ਕਰਦਿਆਂ ਇਹਨਾਂ ਦਾ ਮੈਂਬਰ ਹੋਣਾ ਬਹੁਤ ਮਾਣ ਤੇ ਜ਼ਿੰਮੇਵਾਰੀ ਵਾਲੀ ਗੱਲ ਹੈ। ਵਿਧਾਇਕਾਂ ਦੇ ਟ੍ਰੇਨਿੰਗ ਸੈਸ਼ਨ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਨਿਸ਼ਾਨਾ ਕੱਸ ਗਏ। ਉਹਨਾਂ ਕਿਹਾ ਕਿ ਲੋਕਤੰਤਰ ਦੇ ਵਿੱਚ ਚੁਣੇ ਨੁਮਾਇੰਦੇ ਹੀ ਵੱਡੇ ਹੁੰਦੇ ਨੇ, ਨਾ ਕਿ ਕਿਸੇ ਦੇ ਵੱਲੋਂ ਥੋਪਿਆ ਹੋਇਆ ਨੁਮਾਇੰਦਾ। ਲੋਕਾਂ ਦੇ ਵੱਲੋਂ ਚੁਣੇ ਹੋਏ ਨੁਮਾਇੰਦੇ ਹੀ ਲੋਕ ਹਿੱਤ ਦੀ ਗੱਲ ਕਰਦੇ ਨੇ। ਜਿਸ ਕਾਨੂੰਨ ਦੇ ਨਾਲ ਸਾਡੇ ਤੋਂ ਕੋਈ ਜਵਾਬ ਮੰਗਦਾ ਹੈ, ਉਸੇ ਕਾਨੂੰਨ ਦੇ ਨਾਲ ਕਹਿੰਦੇ ਅਸੀਂ ਵੀ ਜਵਾਬ ਦੇਵਾਂਗੇ। ਸਾਡੇ ਲਈ ਪੰਜਾਬ ਤੇ ਪੰਜਾਬੀਅਤ ਅਹਿਮ ਹਨ ਤੇ ਹਮੇਸ਼ਾ ਰਹਿਣਗੇ, ਇਹ ਮੁੱਖ ਮੰਤਰੀ ਨੇ ਬਿਆਨ ਦਿੱਤਾ। ਬਹੁਤ ਜ਼ਿਆਦਾ ਜ਼ਰੂਰੀ ਹੈ, ਸਪੈਸ਼ਲੀ ਮਿਨਿਸਟਰਸ ਵਾਸਤੇ ਵੀ, ਕਿਉਂਕਿ ਸਾਰੇ ਪਹਿਲੀ ਦਫਾ ਤੁਹਾਨੂੰ ਮੌਕਾ ਮਿਲਿਆ। ਬਹੁਤ ਵੱਡਾ ਫਤਵਾ ਤੁਹਾਡੇ ਹੱਕ 'ਚ ਪੰਜਾਬ ਨੇ ਦਿੱਤਾ ਹੈ। ਉਹੀ ਐਕਸਪੈਕਟੇਸ਼ਨਸ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਕੋਲੋਂ ਨੇ। ਜਿੰਨਾ ਜ਼ਰੂਰੀ ਰੂਲਿੰਗ ਪਾਰਟੀ 'ਚ ਰਹਿਣਾ ਹੈ, ਉਨਾ ਹੀ ਜ਼ਰੂਰੀ ਆਪੋਜੀਸ਼ਨ ਦਾ ਰੋਲ ਹੈ, ਕਿਉਂਕਿ ਅਸੀਂ ਹਮੇਸ਼ਾ ਕੁਰਾਏ ਜਾਂਦੀ ਹੋਈ ਗੱਡੀ ਨੂੰ ਰਾਹ ਵਿਖਾਉਣਾ ਹੁੰਦਾ। ਇਹ ਦੋਨੋਂ ਚੀਜ਼ਾਂ ਇਕੱਠੀਆਂ ਚੱਲਣਗੀਆਂ ਤਾਂ ਹੀ ਡੈਮੋਕ੍ਰੇਸੀ ਵਧੇਗੀ, ਫੁੱਲੇਗੀ। ਤੋ ਇੱਥੇ 4 ਅਜ਼ੀਮ ਪਰਸਨੈਲਿਟੀਜ਼ ਬੈਠੀਆਂ ਨੇ ਮੰਚ ਉੱਤੇ। ਮਾਨ ਸਾਹਿਬ ਨਾਲ ਲਗਾਤਾਰ 10 ਸਾਲ ਉੱਥੇ ਪਾਰਲੀਮੈਂਟ 'ਚ ਇਕੱਠੇ ਕਰਨ ਦਾ ਮੌਕਾ, ਕੰਮ ਕਰਨ ਦਾ ਮੌਕਾ ਮਿਲਿਆ। ਬਹੁਤ ਨਜ਼ਦੀਕੀ ਰਿਲੇਸ਼ਨਸ਼ਿਪ ਵੀ ਰਹੀ ਹੈ। ਵਿਰੋਧੀ ਵੀ ਇੱਕ ਸੀ, ਲੜਦੇ ਵੀ ਉੱਥੇ ਇਕੱਠੇ ਰਹੇ ਆ। ਇੱਥੇ ਗੱਲ ਵੱਖਰੀ ਹੈ ਕਿ ਇੱਕ ਦੂਜੇ ਦੇ ਵਿਰੋਧ 'ਚ ਆ ਕੇ ਸਾਹਮਣੇ ਇੱਕ ਦੂਜੇ ਦੇ ਸਾਹਮਣੇ ਬੈਠ ਗਏ। ਇਹਨੂੰ ਹੀ ਖੂਬਸੂਰਤੀ ਡੈਮੋਕ੍ਰੇਸੀ ਦਾ ਕਿਹਾ ਜਾਂਦਾ। ਪੰਜਾਬੀਆਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਪੰਜਾਬ ਦੇ ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ ਹੋ ਗਏ ਨੇ। ਤਲਵੰਡੀ ਸਾਬੋ ਦੇ 2 ਯੂਨਿਟ ਤਕਨੀਕੀ ਖਰਾਬੀ ਕਰਕੇ ਬੰਦ ਹੋ ਗਏ ਨੇ। ਰਾਜਪੁਰਾ ਥਰਮਲ ਪਲਾਂਟ ਦਾ 1 ਯੂਨਿਟ 700 ਮੈਗਾਵਾਟ ਦਾ ਓਵਰਹੌਲਿੰਗ ਕਰਕੇ ਬੰਦ ਹੋ ਗਿਆ। ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਬੰਦ ਹੋ ਗਏ ਨੇ। ਲਹਿਰਾ ਮੁਹੱਬਤ ਦਾ 1 ਯੂਨਿਟ ਪਿਛਲੇ ਸਾਲ 13 ਮਈ ਤੋਂ ਬੰਦ ਹੈ। ਪੰਜਾਬ 'ਚ ਥਰਮਲ ਪਲਾਂਟਾਂ ਦੇ ਕੁੱਲ 15 ਯੂਨਿਟ ਨੇ ਤੇ ਹੁਣ ਸਿਰਫ 9 ਯੂਨਿਟ ਹੀ ਕੰਮ ਕਰ ਰਹੇ ਨੇ। ਉਧਰ ਕਾਂਗਰਸ ਨੇ ਲੋਕ ਸਭਾ ਦੇ ਵਿੱਚ ਪੰਜਾਬ ਦੇ ਲਈ ਕੋਲੇ ਦੀ ਖਰੀਦ ਦਾ ਮੁੱਦਾ ਚੁੱਕਿਆ। ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਕੇਂਦਰ ਸਰਕਾਰ ਤੇ ਅਡਾਨੀ ਗਰੁੱਪ ਨੂੰ ਫਾਇਦਾ ਪਹੁੰਚਾਉਣ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕਰਨ ਦਾ ਇਲਜ਼ਾਮ ਲਾਇਆ ਤੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀ ਸਰਕਾਰ ਤੇ ਦਬਾਅ ਬਣਾ ਰਹੀ ਹੈ ਕਿ ਉਹ ਖਰੀਦਿਆ ਹੋਇਆ ਕੋਲਾ ਅਡਾਨੀ ਗਰੁੱਪ ਦੇ ਵੱਲੋਂ ਚਲਾਈਆਂ ਜਾਂਦੀਆਂ ਬੰਦਰਗਾਹਾਂ ਰਾਹੀਂ ਹੀ ਪੰਜਾਬ ਲੈ ਕੇ ਆਏ, ਯਾਨੀ ਕਿ ਰੇਲ ਜਾਂ ਸੜਕੀ ਮਾਰਗ ਨਾ ਵਰਤਿਆ ਜਾਵੇ। ਲੋਕ ਸਭਾ 'ਚ ਪੇਸ਼ ਕੀਤੇ ਅੰਕੜਿਆਂ ਮੁਤਾਬਿਕ ਮਨੀਸ਼ ਤਿਵਾੜੀ ਨੇ ਕਿਹਾ ਕਿ ਜੇ ਪੰਜਾਬ ਦੇ ਵਿੱਚ ਕੋਲਾ ਸੜਕ ਜਾਂ ਰੇਲ ਮਾਰਗ ਰਾਹੀਂ ਆਉਂਦਾ ਹੈ ਤਾਂ ਇਸ ਨੂੰ 1830 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ।
ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਇਨਸਾਫ ਦਿਵਾਉਣ ਦੇ ਵਿੱਚ ਪੂਰੀ ਤਰ੍ਹਾਂ ਨਾਕਾਮ ਰਹਿਣ ਲਈ ਭਗਵੰਤ ਮਾਨ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਇਸ ਗੱਲ ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਜਦੋਂ ਤੋਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਇਕਲੌਤੇ ਪੁੱਤਰ ਦਾ ਗੈਂਗਸਟਰਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ, ਉਦੋਂ ਤੋਂ ਹੀ ਪਰਿਵਾਰ ਇਨਸਾਫ ਦੇ ਲਈ ਭਟਕ ਰਿਹਾ ਹੈ, ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਹੁਣ ਜਦੋਂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਉਹ ਹਰ ਘਰ ਜਾ ਕੇ ਇਨਸਾਫ ਦੀ ਭੀਖ ਮੰਗਣਗੇ ਤਾਂ ਇਹ ਆਮ ਆਦਮੀ ਪਾਰਟੀ ਦੇ ਲਈ, ਸਰਕਾਰ ਦੇ ਲਈ ਵੱਡੀ ਨਮੋਸ਼ੀ ਵਾਲੀ ਗੱਲ ਹੋਏਗੀ, ਜਿਸ ਨੇ ਕਤਲ ਦੇ ਪਹਿਲੇ ਦਿਨ ਤੋਂ ਹੀ ਇਨਸਾਫ ਦਿਵਾਉਣ ਦਾ ਵਾਅਦਾ ਕੀਤਾ ਸੀ, ਪਰ ਹੁਣ ਕਈ ਮਹੀਨੇ ਬੀਤ ਚੁੱਕੇ ਨੇ, ਹਾਲੇ ਤੱਕ ਵੀ ਇਨਸਾਫ ਨਹੀਂ ਮਿਲਿਆ। ਪੰਜਾਬ ਦੇ ਬਹੁ ਕਰੋੜੀ ਟੈਂਡਰ ਘੁਟਾਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਲੀਡਰ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਅਦਾਲਤ ਨੇ 16 ਫਰਵਰੀ ਤੱਕ ਟਾਲ ਦਿੱਤੀ ਹੈ। ਹਾਲ ਦੀ ਘੜੀ ਆਸ਼ੂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।